ਸਤਨਾਮ ਵਾਹਿਗੁਰੂ ਜੀਓ। ਦਇਆ ਦਇਆ ਕਰ ਰਾਖੋ ਹਰ ਜੀਓ। ਹਮ ਦੀਨ ਤੇਰੀ ਸ਼ਰਨ ਆਏ। हम बारक तुम पिता प्रभ मेरे। जन नानक बख्श मिलाय। जे वड भाग होवै मुख मस्तक। हर राम जना पेटाए। हर राम जना पेटाए। दर्शन संत देहो कर कृपा। सब दालद दुख ले जाए। परम सत्कारयोग सतगुरु सवारी साध संगत जीओ। सतगुरां दी बख्शी होई फतेह दी सांझ पाईए। अदब नाल आखो जी वाहिगुरू जी का खालसा वाहिगुरू जी की फतेह। ਸਤਿਗੁਰਾਂ ਦੀ ਮਹਾਨ ਕਿਰਪਾ ਦੁਆਰਾ ਅਤੇ ਆਪ ਗੁਰੂ ਕੀਆਂ ਸੰਗਤਾਂ ਦੀ ਅਸੀਸਾਂ ਦਾ ਸਦਕਾ ਸਤਿਗੁਰੂ ਜੀ ਦੇ ਘਰੋਂ ਹੋਏ ਨਿਵਾਜੇ ਹੋਏ ਵੱਖ-ਵੱਖ ਮਹਾਨ ਪੁਰਖਾਂ ਦੇ ਜੀਵਨ ਸੰਬੰਧੀ ਉਹਨਾਂ ਦੇ ਜੀਵਨ 'ਚੋਂ ਬਾਹਰਮੁਖੀ ਕੁਝ ਅੰਤਰਮੁਖੀ ਮਹਾਨ ਜੀਵਨ 'ਚੋਂ 2-2 4-4 ਮੋਤੀਆਂ ਦੀ ਸਾਂਝ ਤੁਹਾਡੇ ਨਾਲ ਕਰਨੀ ਸ਼ੁਰੂ ਕੀਤੀ ਹੈ। ਸਤਿਕਾਰਯੋਗ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਤੋਂ ਬਾਅਦ ਅੱਜ ਆਪਾਂ ਦਰਸ਼ਨ ਕਰਾਂਗੇ ਸਤਿਕਾਰਯੋਗ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ। ਪਰ ਆਖਰਕਾਰ ਇੱਕ ਸਵਾਲ ਖੜਾ ਹੁੰਦਾ ਏ ਕਿ ਸਤਿਗੁਰੂ ਸਾਹਿਬਾਨ ਜੀ ਤੋਂ ਇਲਾਵਾ ਸਤਿਪੁਰਖਾਂ ਸਾਧੂਆਂ ਰੰਗ ਰਤਿਆਂ ਦੀਆਂ ਕਥਾ ਕਹਾਣੀਆਂ ਦੀ ਕੋਈ ਜ਼ਰੂਰਤ ਹੈ? ਜਿੱਥੇ ਸਤਿਗੁਰੂ ਸਾਹਿਬਾਨ ਖੁਦ ਆ ਗਏ ਉੱਥੇ ਬਾਕੀ ਕਿਸੇ ਹੋਰ ਰੱਬ ਦੇ ਪਿਆਰੇ ਦੀ ਮਹਿਮਾ ਦੀ ਲੋੜ ਬਾਕੀ ਰਹਿ ਜਾਂਦੀ ਹੈ? ਜੇ ਤਾਂ ਇਹ ਗੱਲ ਆਲੇ ਦੁਆਲੇ ਤੋਂ ਸੁਣ ਕੇ ਸਮਝਣਾ ਚਾਹਾਂਗੇ ਤੇ ਕੁਛ ਵੀ ਨਹੀਂ ਪੱਲੇ ਪੈਣਾ। ਤੇ ਜੇਕਰ ਸੱਚਮੁੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਖਲੋ ਕੇ ਸਤਿਗੁਰੂ ਜਾਣ ਕੇ ਸਿੱਖ ਬਣ ਕੇ ਪੁੱਛਾਂਗੇ ਤੇ ਜੋ ਸਤਿਗੁਰੂ ਕਹਿੰਦੇ ਨੇ ਉਹ ਕਮਾਲ ਦੇ ਬਚਨ ਨੇ। ਸਾਹਿਬ ਆਖਦੇ ਨੇ ਇਹਦੀ ਕਿਉਂ ਲੋੜ ਹੈ ਪਈ ਰੱਬ ਦੇ ਪਿਆਰਿਆਂ ਦੀਆਂ ਕਥਾ ਕਹਾਣੀਆਂ ਕਰਨੀਆਂ, ਰੱਬ ਨਾਲ ਜੁੜਿਆ ਹੋਇਆਂ ਦੀ ਸੰਗਤ ਕਰਨੀ, ਉਹਨਾਂ ਦੇ ਚਰਨਾਂ ਵਿੱਚ ਨੀਵੇਂ ਖੋ ਕੇ ਸੇਵਾ ਕਰਨੀ। ਕਿਉਂਕਿ ਮੈਂ ਚਾਹੁੰਦਾ ਵਾਂ ਵੱਖ-ਵੱਖ ਸਤਿਪੁਰਸ਼ਾਂ ਦੇ ਜੀਵਨ ਤੋਂ ਪਹਿਲਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ 1-2 ਬਚਨ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਿਆ ਕਰੀਏ, ਕੋਈ ਸ਼ੱਕ ਨਾ ਮਨ ਵਿੱਚ ਰਹਿ ਜਾਏ। ਸਤਿਗੁਰੂ ਜੀ ਦਾ ਹੁਕਮ ਹੈ ਭਈ ਉਹਨਾਂ ਪਿਆਰਿਆਂ ਦੀ ਜਿੰਨੀ ਕਹਾਣੀ ਪਾਓਗੇ ਉਨੀ ਸਤਿਗੁਰੂ ਦੀ ਖੁਸ਼ੀ ਹੈ। ਪਰ ਸਵਾਲ ਇਹ ਵੀ ਕਹਾਣੀ ਕਰਨੀ ਕਿਵੇਂ ਵੇ, ਕਿਉਂ ਕਰਨੀ ਸੰਗਤ ਜਾਂ ਉਹਨਾਂ ਦੀਆਂ ਗੱਲਾਂ ਕਰਨੀਆਂ ਜਾਂ ਸੰਗਤ ਕਰਨੀ, ਉਹਨਾਂ ਦੀ ਕੀ ਮਹੱਤਤਾ ਕੀ ਹੈ ਸਿੱਖ ਧਰਮ ਅੰਦਰ ਜਾਂ ਪੂਰੀ ਮਨੁੱਖਤਾ ਵਿੱਚ ਹੀ। ਧੰਨ ਗੁਰੂ ਗ੍ਰੰਥ ਸਾਹਿਬ ਅੰਦਰ ਗੁਰੂ ਰਾਮਦਾਸ ਪਿਤਾ ਜੀ ਦੇ ਇੱਕ ਬਚਨ ਜਰਾ ਸੁਰਤੀ ਦੀ ਅੱਖ ਦੇ ਸਾਹਮਣੇ ਲਿਆਓ। ਸਤਿਗੁਰੂ ਗੁਰੂ ਰਾਮਦਾਸ ਪਿਤਾ ਜੀ ਦਾ ਹੁਕਮ ਹੈ
ਅਕਾਲ ਪੁਰਖ ਕੋਲ ਅਰਦਾਸ ਕਰਿਆ ਕਰੋ ਭਈ ਹੇ ਨਿਰੰਕਾਰ ਕਿਰਪਾ ਕਰਕੇ ਆਪਣੇ ਜਨਾਂ ਦਾ ਮੇਲ ਕਰਾ। ਇੱਥੇ ਸ਼ਬਦ ਜਨ ਵਰਤਿਆ, ਕਿਧਰੇ ਸੰਤ, ਕਿਧਰੇ ਜਨ, ਕਿਧਰੇ ਸਾਧੂ, ਕਿਧਰੇ ਗੁਰਮੁਖ, ਕਿਧਰੇ ਸੇਵਕ। ਇੱਥੇ ਜਨ ਸ਼ਬਦ ਵਰਤਿਆ ਏ ਭਈ ਹੇ ਨਿਰੰਕਾਰ ਮੈਨੂੰ ਉਸ ਜਨ ਦਾ ਮੇਲ ਕਰਾ ਜਿਹਨੂੰ ਮਿਲਣ ਨਾਲ ਮੇਰੇ ਅੰਦਰ ਵਾਹਿਗੁਰੂ ਦਾ ਸਿਮਰਨ ਚੱਲ ਪਵੇ, ਮੈਂ ਵਾਹਿਗੁਰੂ ਦਾ ਸਿਮਰਨ ਵੱਧ ਤੋਂ ਵੱਧ ਕਰਾਂ। ਇਹਦਾ ਮਤਲਬ ਪਹਿਲਾਂ ਸਾਡੀ ਮੰਗ ਚਾਹੀਦੀ, ਸਾਡਾ ਨਿਸ਼ਾਨਾ ਠੀਕ ਚਾਹੀਦਾ ਵੀ ਅਸੀਂ ਸਤਿਪੁਰਸ਼ਾਂ ਦੀ ਸੰਗਤ ਕਿਉਂ ਕਰਨੀ ਹੈ, ਉਹਦਾ ਲਾਭ ਕਦੋਂ ਹੋ ਸਕਦਾ, ਕਿਵੇਂ ਹੋ ਸਕਦਾ। ਇਹਦਾ ਮਤਲਬ ਕੇਵਲ ਬਾਹਰੋਂ ਚੋਲੇ ਜਾਂ ਬਾਹਰੋਂ ਕਿਸੇ ਲਿਬਾਸ ਨੂੰ ਵੇਖ ਕੇ ਉਧਰ ਨਾ ਜੁੜੀਏ। ਜ਼ਿੰਦਗੀ ਦਾ ਕਾਰਜ ਏ ਗੋਬਿੰਦ ਮਿਲਣ ਕੀ ਤੇਰੀ ਬਰੀਆ। ਖੁਦ ਮਨ ਜਪਨ ਨਹੀਂ ਦਿੰਦਾ, ਆਲਾ ਦੁਆਲਾ ਵੀ ਮਾਇਆ ਦੀਆਂ ਗੱਲਾਂ ਕਰਦਾ, ਉਧਰ ਖਿੱਚ ਪੈਂਦੀ ਏ। ਕੌਣ ਏ ਜਿਹੜਾ ਮੈਨੂੰ ਰੱਬ ਨਾਲ ਜੋੜੇ? ਰੱਬ ਦੇ ਪਿਆਰੇ ਦਾ ਔਰਾ ਪਵਿੱਤਰ ਹੁੰਦਾ ਹੈ, ਗੁਰਮੁਖ ਲੋਕਾਂ ਦਾ, ਸਾਧੂਆਂ ਦਾ। ਉਹਨਾਂ ਦੀ ਸੰਗਤ ਵਿੱਚ ਜਾਣਾ ਤੇ ਅੰਦਰੋਂ ਨਿਮ ਕੇ ਸਤਿਗੁਰੂ ਜੀ ਨੂੰ ਕਹਿਣਾ, ਗੁਰੂ ਪਰਮੇਸ਼ਰ ਜੀਓ ਮੈਨੂੰ ਆਪਣੇ ਜਨਾਂ ਦਾ ਮੇਲ ਕਰਾ। ਜਿਹੜਾ ਜਿਹੜਾ ਸਤਿਗੁਰੂ ਕਹਿੰਦੇ ਸਿਮਰਨ ਕਰਨ ਲਈ ਅਰਦਾਸ ਕਰੇਗਾ, ਸੰਗਤ ਕਰਦਾ, ਹੁਣ ਉਹ ਜੁੜੇ ਹੋਏ ਜੋ ਜੋ ਬਚਨ ਕਰਨਗੇ, ਇਸ ਅਜਗਿਆਸੂ ਨੇ ਆਪਾਂ ਨੂੰ ਸੁਣ ਕੇ ਉਸ ਨੂੰ ਮੰਨਣਾ ਹੁੰਦਾ ਹੈ। ਜੇ ਉਹ ਮੰਨਿਆ ਨਹੀਂ ਤੇ ਤਾਂ ਵੀ ਰਾਹ 'ਚ ਰਹਿ ਗਏ। ਜੇ ਮੰਨ ਲਵਾਂਗੇ ਤੇ ਸਾਹਿਬ ਕਹਿੰਦੇ ਤੇਰੇ ਨਾਲ ਵਾਅਦਾ ਕਰਤੇ ਹਾਂ, ਤੈਨੂੰ ਜਿਉਂਦਿਆਂ ਜੀਵ ਹੀ ਮੁਕਤ ਕਰਾਂਗੇ ਤੇ ਸਰੀਰ ਛੱਡਣ ਤੋਂ ਬਾਅਦ ਦਰਗਾਹ 'ਚ ਲੈ ਕੇ ਜਾਵਾਂਗੇ। ਉਹਨਾਂ ਦੇ ਬਚਨ ਨੇ ਰਾਮ ਜਨ ਗੁਰਮਤਿ ਰਾਮ ਬੁਲਾਏ, ਜੋ ਜੋ ਸੁਣੇ ਕਹੇ ਸੋ ਮੁਕਤਾ, ਰਾਮ ਜਪਤ ਸੋ ਖਾਏ। ਬੰਦਗੀ ਵਾਲੀਆਂ ਰੂਹਾਂ ਰੱਬ ਨੂੰ ਚੰਗੀਆਂ ਲੱਗਦੀਆਂ ਨੇ, ਬੰਦਗੀ ਕਰਨ ਵਿੱਚ ਮਦਦ ਕਰਤੇ ਰਾਮ ਜਨ। ਸਤਿਗੁਰੂ ਜੀ ਦਾ ਬਚਨ ਪੂਰਾ, ਮਹਾਰਾਜ ਜੀ ਕਹਿੰਦੇ ਰਾਮ ਜਨਾ ਮਿਲ ਭਇਆ ਆਨੰਦਾ, ਹਰ ਨੀਕੀ ਕਥਾ ਸੁਣਾਏ। ਨੀਕੀ ਕਹਿੰਦੇ ਚੰਗੀ ਨੂੰ। ਉਹ ਅਕਾਲ ਪੁਰਖ ਦੇ ਜੀਵਨ ਨੂੰ ਚੰਗਾ ਕਰਨ ਵਾਲਾ, ਅਕਾਲ ਪੁਰਖ ਦੀ ਉਹ ਕਥਾ ਜਿਹੜੀ ਸਾਡੇ ਜੀਵਨ ਨੂੰ ਚੰਗਾ ਬਣਾਉਂਦੀ, ਪਵਿੱਤਰ ਬਣਾਉਂਦੀ, ਵਿਕਾਰਾਂ ਨੂੰ ਬਾਹਰ ਕੱਢਦੀ ਹੈ, ਰੰਗ ਲਾਉਂਦੀ, ਪਿਆਰ ਦਾ ਜਲਵਾ ਅੰਦਰੋਂ ਦਿਖਾਉਂਦੀ ਏ। ਉਹ ਕਹਿੰਦੇ ਜਦੋਂ ਸੁਣਨ ਲਈ ਰਾਮ ਜਨਾਂ ਨੂੰ ਮਿਲੋਗੇ ਨਾ ਤੇ ਅੰਦਰ ਇੱਕ ਵੱਖਰਾ ਆਨੰਦ ਸਤਿਗੁਰੂ ਜੀ ਪੈਦਾ ਕਰਨਗੇ, ਕਿਉਂਕਿ ਉਹ ਗੁਰਮੁਖ ਪਿਆਰੇ ਉਸ ਅੰਦਰ ਤੱਕ ਲੈ ਕੇ ਜਾਂਦੇ ਨੇ। ਕਹਿੰਦੇ ਉਹਨਾਂ ਨੂੰ ਮਿਲ ਕੇ ਆਨੰਦ ਬਣੇਗਾ। ਦੁਰਮਤ ਮੈਲ ਗਈ ਸਭ ਨਿਕਲ, ਸਤ ਸੰਗਤ ਮਿਲ ਬੁੱਧ ਪਾਏ। ਜਿੰਨੀ ਭੈੜੀ ਮੱਤ ਇਹਨਾਂ ਅੰਦਰ ਦੁਨੀਆ 'ਚੋਂ ਇਕੱਠੀ ਕੀਤੀ, ਉਹ ਉਹਨਾਂ ਦੀ ਸੰਗਤ ਵਿੱਚ ਜਾਇਆ ਨਿਕਲ ਜਾਂਦੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਜਾਣਾ, ਉਹ ਆਪੇ ਹੀ ਮੇਲ ਮਿਲਾਉਂਦੇ ਨੇ ਜਪਣ ਵਾਲਿਆਂ ਦੇ। ਸੰਗਤ ਦੀ, ਸਤ ਸੰਗਤ ਦੀ ਮਹਾਨਤਾ ਹੈ, ਜੁੜਨ ਵਾਲਿਆਂ ਦੀ, ਜਪਣ ਵਾਲਿਆਂ ਦੀ। ਸਾਹਿਬ ਕਹਿੰਦੇ ਉੱਥੋਂ ਇੱਕ ਨਵੀਂ ਬੁੱਧ ਮਿਲਦੀ, ਜਿਹੜੀ ਬੁੱਧ ਹੁਣ ਤੇ ਹਰ ਵਕਤ ਬੁੱਧ ਵਿੱਚ ਰਹਿੰਦਾ ਹੈ ਨਾ, ਭਈ ਦੁਨੀਆਦਾਰੀ ਦਾ ਧਨਮਾਲ ਕਿਵੇਂ ਵੱਧ ਤੋਂ ਵੱਧ ਘਰ ਆਵੇ, ਦੁਨੀਆ 'ਚ ਥਾਂ ਕਿਵੇਂ ਬਣੇ। ਫਿਰ ਨਹੀਂ, ਫਿਰ ਬੁੱਧ ਮਿਲਦੀ, ਸਾ ਬੁੱਧ ਦੀਜੈ ਜਿਤ ਵਿਸਰੈ ਨਾਹੀ। ਇਹ ਰੱਬ ਜੀ ਉਹ ਬੁੱਧ ਦਿਓ ਜਿਹਦੇ ਨਾਲ ਤੇਰਾ ਨਾਮ ਨਾ ਭੁੱਲੇ। ਅਤੇ ਉਹਨਾਂ ਦੀ ਸੰਗਤ 'ਚ ਮਿਲੇਗੀ ਰਾਮ ਜਨਾਂ ਨੂੰ ਜਦੋਂ ਚੇਤਾ ਕਰਾਂਗੇ। ਅੱਜ ਅਸੀਂ ਵੇਖਾਂਗੇ ਇਹ ਗੱਲਾਂ, ਜਿਹੜੇ ਬਚਨ ਗੁਰੂ ਰਾਮਦਾਸ ਪਿਤਾ ਜੀ ਨੇ ਅੱਜ ਫਰਮਾਏ ਨੇ। ਇਹਨਾਂ ਦੇ ਦਰਸ਼ਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਜੀਵਨ 'ਚੋਂ ਅੱਜ ਕਰਾਂਗੇ। ਸਾਹਿਬ ਕਹਿੰਦੇ ਪਰ ਇੱਕ ਚੇਤਾ ਰੱਖਣਾ, ਰੱਬ ਦੇ ਪਿਆਰੇ ਜਨ ਦੀ, ਸਾਧੂ ਦੀ ਸੰਗਤ ਹਰ ਕਿਸੇ ਨੂੰ ਆਪੇ ਨਹੀਂ ਮਿਲਦੀ, ਉਹਦੇ ਲਈ ਭਾਗ ਚਾਹੀਦੇ ਨੇ। ਜੇ ਵਡ ਭਾਗ ਹੋਵੈ ਮੁੱਖ ਮਸਤਕ ਹਰ ਰਾਮ ਜਨਾ ਭੇਟਾਏ। ਜੇ ਭਾਗ ਹੋਣ ਚੰਗੇ, ਮੱਥੇ ਦੇ ਲੇਖ ਹੋਣ ਚੰਗੇ, ਫਿਰ ਨਿਰੰਕਾਰ ਕਿਸੇ ਆਪਣੇ ਜਨ ਨੂੰ ਮਿਲਾਉਂਦਾ ਹੈ, ਆਪਣੇ ਪਿਆਰੇ ਦਾ ਨਾਲ ਭੇਟ ਕਰਾਉਂਦਾ, ਉਹਦੇ ਦੀਦਾਰ ਕਰਾਉਂਦਾ। ਦਰਸ਼ਨ ਸੰਤ ਦੇਹੋ ਕਰ ਕਿਰਪਾ, ਸਭ ਦਾਲਤ ਦੁੱਖ ਲੈ ਜਾ। ਜਦੋਂ ਦੀ ਕਿਰਪਾ ਨਾਲ ਜੇ ਕਿਸੇ ਨੂੰ ਮਿਲ ਗਿਆ, ਕੋਈ ਸਾਧੂ ਬਖਸ਼ਿਆ ਹੋਇਆ, ਫਿਰ ਕਹਿੰਦੇ ਉਹਦੇ ਨਾਲ ਕੀ ਹੋਏਗਾ? ਰੱਬ ਦੀ ਕਿਰਪਾ ਤੁਹਾਡੇ 'ਤੇ ਹੋਏਗੀ। ਜ਼ਿੰਦਗੀ 'ਚ ਕੋਈ ਦੁੱਖ ਅਤੇ ਦਲਿੱਦਰ ਨਹੀਂ ਰਹਿ ਜਾਏਗਾ। ਜ਼ਿੰਦਗੀ 'ਚੋਂ ਲੈ ਹੀ ਜਾਣਗੇ, ਸੁਰਤੀ 'ਚੋਂ ਇੱਕ ਪਾਸੇ ਕਰ ਦੇਣਗੇ।
ਪਰ ਇੱਕ ਬਚਨ ਕਹਿ ਕੇ ਸ਼ੁਰੂ ਕਰਾਂ। ਸਤਿਗੁਰੂ ਜੀ ਕਹਿੰਦੇ ਜਰਾ ਇਸ ਨੂੰ ਚੇਤਾ ਰੱਖਣਾ, ਐਵੇਂ ਨਾ ਆਪਸ ਵਿੱਚ ਝਗੜੇ ਕਰਿਆ ਕਰੋ। ਹਰ ਕੇ ਲੋਕ ਰਾਮ ਜਨ ਨੀਕੇ, ਕਹਿੰਦੇ ਜਿਹੜੇ ਰੱਬ ਦੇ ਪਿਆਰੇ ਚੰਗੇ, ਰੱਬ ਨੂੰ ਚੰਗੇ ਲੱਗਦੇ ਨੇ, ਜ਼ਰੂਰੀ ਨਹੀਂ ਉਹ ਸਾਰੀ ਦੁਨੀਆ ਨੂੰ ਵੀ ਚੰਗੇ ਲੱਗਣ। ਭਾਗ ਖੀਣ ਨਾ ਸੁਖਾਏ, ਜਿਹਦੇ ਭਾਗ ਮਾੜੇ ਨੇ ਉਹਨਾਂ ਨੂੰ ਚੰਗੇ ਨਹੀਂ ਲੱਗਦੇ। ਤੁਸੀਂ ਕਿਸੇ ਬ੍ਰਹਮ ਗਿਆਨੀ ਦੀ ਗੱਲ ਕਰ ਲਓ, ਈਵਨ ਬਾਬਾ ਬੁੱਢਾ ਸਾਹਿਬ ਜੀ ਦੀ ਵੀ ਗੱਲ ਕਰੋ, ਉਹਨਾਂ ਲਈ ਵੀ ਭਾਗਾਂ ਤੋਂ ਵਿਖਾਉਣਿਆਂ ਲਈ ਅੰਦਰ ਕੋਈ ਤਰਕ ਹੋਏਗੀ। ਅਸੀਂ ਸੁਣਦੇ ਹਾਂ ਕੰਨਾਂ ਨਾਲ ਕੁਝ ਗੱਲਾਂ ਜਿਹੜੀਆਂ ਕਿ ਪਿਆਰਿਓ ਤਰਕ ਕਰਨਗੇ ਵੱਡੇ ਵੱਡੇ ਮਹਾਨ ਪੁਰਖਾਂ 'ਤੇ, ਜਿਨ੍ਹਾਂ ਨੇ ਸੰਗਤ ਨੂੰ, ਲੱਖਾਂ ਸੰਗਤ ਦੇ ਜੀਵਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਦੇ ਨਾਲ ਜੋੜ ਦਿੱਤਾ। ਉਹਨਾਂ ਨੂੰ ਉਹਦੀ ਨਿੰਦਾ ਕਰਨਗੇ। ਸਾਹਿਬ ਕਹਿੰਦੇ ਹਰ ਕੇ ਲੋਕ ਰਾਮ ਜਨ ਨੀਕੇ, ਭਾਗ ਖੀਣ ਨਾ ਸੁਖਾਏ, ਜਿਉਂ ਜੋ ਰਾਮ ਕਹੇ ਜਨ ਉੱਚੇ। ਜਿਉਂ ਜੋ ਉਹ ਬੰਦਗੀ ਕਰਕੇ ਉੱਚੇ ਹੁੰਦੇ ਜਾਂਦੇ ਰੱਬ ਦੇ ਨੇੜੇ, ਤਿਉਂ ਤੋਂ ਇਹਨਾਂ ਭਾਗ ਹੀਣਾਂ ਨੂੰ ਕੀ ਹੁੰਦਾ, ਨਰ ਨਿੰਦਕ ਡੰਸ ਲਗਾਏ। ਇਹਨਾਂ ਲੋਕਾਂ ਨੂੰ ਡੰਗ ਵੱਜਦਾ ਉਹਨਾਂ ਦੀ ਮਹਿਮਾ ਸੁਣ ਕੇ। ਇੱਕੋ ਵਕਤ ਦੋ ਕੰਮ ਹੁੰਦੇ, ਉਹ ਰੱਬ ਦੇ ਨੇੜੇ ਹੋ ਰਿਹਾ ਅਤੇ ਨਿਭਾਗੇ ਨੂੰ ਡੰਗ ਵੱਜਦੇ ਨੇ, ਉਹਦਾ ਅੰਦਰ ਸੜ ਬਲ ਜਾਏਗਾ। ਭਈ ਜੇ ਕਿਸੇ ਰੱਬ ਦੇ ਪਿਆਰੇ ਦੀ ਕੋਈ ਗੱਲ ਉਹਦੇ ਕੰਨਾਂ 'ਚ ਪੈ ਜਾਏ, ਕਹੇਗਾ ਤੇ ਮਹਾਰਾਜ ਤੋਂ ਵੱਖਰੇ ਕਿਧਰੇ ਤੁਰੇ ਫਿਰਦੇ ਨੇ। ਉਹਦੇ 'ਤੇ ਗੁੱਸਾ ਨਹੀਂ, ਤਰਸ ਆਉਣਾ ਚਾਹੀਦਾ ਤੇ ਕਿੰਨੇ ਭਾਗ ਮਾੜੇ ਨੇ। ਉਹ ਤੇ ਤੁਹਾਨੂੰ ਕਹੇਗਾ ਨਾ ਤੁਸੀਂ ਮਾੜੇ ਪਾਸੇ ਤੁਰੇ ਹੋ। ਪਰ ਅਗਲਾ ਬਚਨ ਤੇ ਪਿਆਰਿਓ ਸਾਂਝਾ ਕਰਨਾ ਵੀ ਔਖਾ ਹੈ। ਜਿਹੜੇ ਨਿੰਦਾ ਕਰਦੇ ਨੇ ਰੱਬ ਦੇ ਪਿਆਰਿਆਂ ਦੀ, ਸਾਹਿਬ ਕਹਿੰਦੇ ਤ੍ਰਿਗ ਤ੍ਰਿਗ ਨਰ ਨਿੰਦਕ, ਜਿਨ ਜਨ ਨਹੀਂ ਪਾਏ, ਹਰ ਕੇ ਸਖਾ ਸਖਾਏ। ਜਿਨ੍ਹਾਂ ਲੋਕਾਂ ਨੂੰ ਬੰਦਗੀ ਵਾਲੇ ਚੰਗੇ ਨਹੀਂ ਲੱਗਦੇ, ਤਿਰਕਾਰ ਤਿਰਕਾਰ ਇਹੋ ਜਿਹੇ ਨਿੰਦਕ ਲੋਕਾਂ ਨੂੰ। ਸੇ ਹਰ ਕੇ ਚੋਰ ਵੇਮੁਖ ਮੁਖ ਕਾਲੇ, ਜਿਨ ਗੁਰ ਕੀ ਪੈਜ ਨਾ ਪਾਏ। ਕਹਿੰਦੇ ਉਹ ਚੋਰ ਨੇ ਰੱਬ ਦੇ, ਵੇਮੁਖ ਨੇ, ਮੂੰਹ ਕਾਲੇ ਨੇ, ਜਿਨ੍ਹਾਂ ਨੂੰ ਗੁਰੂ ਨੇ ਸਵਾਰ ਕੇ ਉੱਚਾ ਕੀਤਾ, ਇਹ ਉਹਨਾਂ ਦੀ ਨਿੰਦਾ ਕਰਦੇ ਨੇ। ਪਿਆਰਿਓ ਤੂੰ ਇਹੋ ਜਿਹੇ ਆਪਾਂ ਭਾਗਾਂ ਵਾਲੇ ਬਣਨਾ, ਨਿਭਾਗੇ ਨਹੀਂ। ਧੰਨ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਕਹਿੰਦੇ ਰਾਮ ਜਨਾਂ ਦੀ ਉਸਤਤ ਕਰੀਏ, ਸਿਮਰਨ ਕਰੀਏ, ਸਿਮਰਨ ਲਈ ਉਹਨਾਂ ਦੀ ਸੰਗਤ ਵਿੱਚ ਬੈਠੀਏ, ਫਿਰ ਧੰਨ ਗੁਰੂ ਗ੍ਰੰਥ ਸਾਹਿਬ ਦੀ ਹੋਰ ਨੇੜਤਾ ਬਣੇਗੀ। ਆਓ ਜਰਾ ਕਿਵੇਂ ਉਹਨਾਂ ਕੋਲ ਮਿਲ ਕੇ ਆਨੰਦ ਬਣਦੇ, ਕਿਵੇਂ ਜ਼ਿੰਦਗੀ ਨੂੰ ਰੰਗ ਲੱਗਦੇ ਨੇ, ਆਪਾਂ ਦਰਸ਼ਨ ਕਰੀਏ। ਸਤਿਕਾਰਯੋਗ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡ ਅੰਵਾਲੇ, ਉਹਨਾਂ ਨੂੰ ਬਹੁਤੀ ਵਾਰੀ ਨਾ ਪੰਥ ਵਿੱਚ ਖਾਲਸਾ ਜੀ ਕਹਿ ਕੇ ਯਾਦ ਕੀਤਾ ਜਾਂਦਾ ਹੈ, ਉਦੋਂ ਵੀ ਅਤੇ ਸਰੀਰ ਦੇ ਛੱਡਣ ਤੋਂ ਬਾਅਦ ਵੀ। ਇਹਨਾਂ ਦਾ ਸਮਾਂ ਨਿਰੰਕਾਰ ਨੇ ਜੋ ਇਸ ਝੋਲੇ ਵਿੱਚ ਦਿੱਤਾ, ਉਹ 12 ਫਰਵਰੀ 1902 ਤੋਂ ਪਿੰਡ ਅਖਾੜਾ ਸਰਦਾਰ ਰੂੜ ਸਿੰਘ ਜੀ ਅਤੇ ਮਾਤਾ ਆਨੰਦ ਕੌਰ ਦੀ ਕੁੱਖ ਤੋਂ ਸ਼ੁਰੂ ਹੁੰਦਾ ਹੈ ਅਤੇ 28 ਜੂਨ 1969 ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਚੌਂਕ ਵਿਖੇ ਉਹ ਚੋਲਾ ਬਦਲਦੇ ਨੇ। ਇਹ 1902 ਤੋਂ ਲੈ ਕੇ 1969 ਤੱਕ, 12 ਫਰਵਰੀ 1902 ਤੋਂ 28 ਜੂਨ 1969 ਤੱਕ ਦਾ ਸਮਾਂ ਹੈ। ਇਹਨਾਂ ਮਹਾਂਪੁਰਖਾਂ ਦਾ ਜਦੋਂ ਜਨਮ ਹੁੰਦਾ ਏ ਅਤੇ ਪਿਤਾ ਜੀ ਕਿਉਂਕਿ ਫੌਜ ਵਿੱਚ ਨੌਕਰੀ ਕਰਦੇ ਸਨ, ਬਰਮਾ ਵੱਲ ਗਏ ਹੋਏ ਸੀ, ਉੱਥੇ ਗੁਰਦੁਆਰਾ ਸਾਹਿਬ ਗ੍ਰੰਥੀ ਸਿੰਘ ਦੀ ਸੇਵਾ ਕਰ ਰਹੇ ਸੀ। ਬਾਲਕ ਦੇ ਜਨਮ ਤੋਂ ਬਾਅਦ ਰੱਬ ਦੀ ਇਹੋ ਜਿਹੀ ਕਰਨੀ ਬਣੀ। ਅਜੇ ਮਹਾਂਪੁਰਖ 13 ਮਹੀਨਿਆਂ ਦੇ ਸਨ ਜਦੋਂ ਮਾਂ ਚੜ੍ਹਾਈ ਕਰ ਗਈ। ਫਿਰ ਦਾਦੀ ਜੀ ਨੇ ਪਾਲਣਾ ਸ਼ੁਰੂ ਕੀਤੀ। ਰੱਬ ਦੀ ਨੇਤ ਉਹ ਦਾਦੀ ਜੀ ਵੀ ਕੁਝ ਸਮੇਂ ਬਾਅਦ ਚੜ੍ਹਾਈ ਕਰ ਗਏ। ਫਿਰ ਭੂਆ ਸਾਹਿਬ ਕੌਰ ਨੇ ਕਿਸ਼ਨਪੁਰੇ ਸਨ ਰਹਿੰਦੇ, ਉਹਨਾਂ ਨੇ ਇਹਨਾਂ ਦੀ ਪਾਲਣਾ ਕੀਤੀ ਹੈ। ਪਾਲਣਾ ਕਰਦਿਆਂ ਉੱਧਰੋਂ ਪਿਤਾ ਜੀ, ਉੱਧਰੋਂ ਭੈਣ ਭਾ ਭੂਆ ਜੀ, ਮਹਾਂਪੁਰਖਾਂ ਦੀ ਰਲ ਮਿਲ ਕੇ ਦੁਨਿਆਵੀ ਵਿੱਦਿਆ ਥੋੜ੍ਹੀ ਦਿਵਾਈ ਹੈ। ਪਰ ਅਸਲ ਵਿੱਚ ਜਿਹੜੀ ਵਿੱਦਿਆ ਪੜ੍ਹਨ ਆਏ ਸਨ, ਉਧਰ ਖਿੱਚ ਵੀ ਪੈਂਦੀ ਸੀ ਅਤੇ ਸਬੱਬ ਵੀ ਬਣਦੇ ਸੀ। ਪਿਆਰਿਓ 1902 ਤੋਂ 1921 ਵਿੱਚ ਜਾ ਕੇ ਸਤਿਕਾਰਯੋਗ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਦਰਸ਼ਨ ਕਰਤੇ ਨੇ।
1921 ਤੋਂ ਲੈ ਕੇ 1930 ਤੱਕ 9 ਸਾਲ ਉਹਨਾਂ ਮਹਾਂਪੁਰਖਾਂ ਦੀ ਸੰਗਤ ਮਿਲਦੀ ਹੈ। ਪਰ ਬਾਬਾ ਜੀ ਦੇ ਦਰਸ਼ਨ ਕਰਨ ਤੋਂ ਪਹਿਲਾਂ ਉਹਨਾਂ ਦੀ ਕਥਾ ਜਦੋਂ ਸੁਣੀ ਬਹੁਤ ਰਸ ਆਇਆ। ਉਹਨਾਂ ਨੇ ਅੰਮ੍ਰਿਤ ਸੰਚਾਰ ਲਈ ਹੁਕਮ ਕੀਤਾ। 500 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ ਸੀ। ਜਿਸ ਦਿਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਹੋਰਾਂ ਨੇ ਅੰਮ੍ਰਿਤ ਪਾਨ ਕੀਤਾ। 5 ਪਿਆਰਿਆਂ ਦੀ ਸੇਵਾ ਵਿੱਚ ਸਤਿਕਾਰਯੋਗ ਸੰਤ ਬਾਬਾ ਸੁੰਦਰ ਸਿੰਘ ਜੀ ਬ੍ਰਹਮ ਗਿਆਨੀ ਆਪ ਲੱਗੇ ਹੋਏ ਸੀ। ਪਰ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਉਹ ਦੱਸਿਆ ਕਰਦੇ ਸਨ ਭਈ ਜਥੇ ਵਿੱਚ ਆਉਣ ਤੋਂ ਪਹਿਲਾਂ ਹੀ ਮਹਾਰਾਜ ਜੀ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਈ ਸਹਿਜ ਪਾਠ ਕਰਾ ਦਿੱਤੇ ਸਨ। ਸਿੰਘਾਂ ਨੇ ਤੇ ਗਿਣਤੀ ਕਰਕੇ ਦੱਸੀ ਵੀ 500। ਕਿੰਨੀ ਤੇਜ਼ੀ ਹੋਏਗੀ, ਕਿੰਨਾ ਚਾਅ ਹੋਏਗਾ। 5 ਬਾਣੀਆਂ ਦਾ ਨਿਤਨੇਮ ਹਰ ਰੋਜ਼ 5 ਵਾਰੀ ਕਰਿਆ ਕਰਦੇ ਸਨ। ਜਦੋਂ ਨਾ ਸਤਿਗੁਰੂ ਕਿਸੇ ਤੇ ਤਰੁੱਠਦਾ ਹੈ ਤੇ ਫਿਰ ਖੁੱਲ੍ਹੇ ਗੱਫੇ ਉਹਨਾਂ ਨੂੰ ਦਿੰਦਾ ਹੈ। ਜਿਨ੍ਹਾਂ ਤੋਂ ਸੇਵਾ ਵੱਡੀ ਲੈਣੀ ਉਹਨਾਂ ਤੋਂ ਕਮਾਈ ਵੀ ਵੱਡੀ ਕਰਵਾਉਂਦੇ ਨੇ। ਜਿਨ੍ਹਾਂ ਨੇ ਕਿਸੇ ਦੂਸਰੇ ਨੂੰ ਉਪਦੇਸ਼ ਦੇ ਕੇ ਜੋੜਨਾ ਹੈ, ਪਹਿਲਾਂ ਉਹਨਾਂ ਦੀ ਆਪਣੇ ਅੰਦਰ ਉਹ ਉਪਦੇਸ਼ ਸਤਿਗੁਰੂ ਜੀ ਤਰੁੱਠ ਕੇ ਆ ਵਸਾਉਂਦੇ ਨੇ। ਤੋ ਜਦੋਂ ਇਹ ਸਾਰਾ ਕੁਝ ਪਹਿਲਾਂ ਹੀ ਸੀ, ਸੰਤ ਬਾਬਾ ਸੁੰਦਰ ਸਿੰਘ ਜੀ ਕਿਹਾ ਕਰਦੇ ਸਨ ਖਾਲਸਾ ਜੀ ਨੂੰ, ਭਲਾ ਹੋਇਆ ਤੁਸੀਂ ਆ ਗਏ ਹੋ। ਪਿਛਲੇ ਜਨਮ ਵਿੱਚ ਤੁਹਾਡੀ ਇੱਛਾ ਸੀ ਵਿਦਿਆ ਪੜ੍ਹਨ ਅਤੇ ਪੜ੍ਹਾਉਣ ਦੀ, ਉਹ ਤੁਹਾਡੀ ਇੱਛਾ ਪੂਰੀ ਨਹੀਂ ਸੀ ਹੋਈ। ਉਸ ਇੱਛਾ ਕਰਕੇ ਤੁਸੀਂ ਇਸ ਜਗਤ ਵਿੱਚ ਆਏ ਹੋ। ਇਸ ਵਾਰ ਸਤਿਗੁਰੂ ਤੁਹਾਨੂੰ ਗੁਰਮਤਿ ਵਿਦਿਆ ਪੜ੍ਹਾਉਣ ਦੀ ਵੀ ਸੇਵਾ ਬਹੁਤ ਵੱਡੀ ਦੇਣਗੇ। ਇਹੀ ਕਾਰਨ ਸੰਤ ਬਾਬਾ ਸੁੰਦਰ ਸਿੰਘ ਸਾਹਿਬ ਜੀ ਨਾਲ 20-21 ਸਿੰਘ ਹੁੰਦੇ ਸਨ। ਪਰ ਸੰਤ ਗਿਆਨੀ ਗੁਰਬਚਨ ਸਿੰਘ ਨਾਲ ਭਾਈ ਵੀਰ ਸਿੰਘ ਮੱਧੋ ਕੇ ਲਿਖਦੇ ਨੇ ਭਾਈ 60-61 ਹੁੰਦੇ ਸਨ ਪੱਕੇ। ਜਦੋਂ ਮਹਾਂਪੁਰਖਾਂ ਨੇ ਕਥਾ ਕਰਨੀ ਤੇ ਉਹਨਾਂ ਨੇ ਨਾਲ ਪੋਥੀਆਂ ਪ੍ਰਕਾਸ਼ ਕਰਕੇ ਬਹਿਣਾ, ਨਾਲ ਨਾਲ ਗੁਰਬਾਣੀ ਦੇ ਅਰਥ ਸੁਣਨੇ। ਜਿਹੜੇ ਲਿਖਣ ਵਾਲੇ ਸੀ ਉਹ ਲਿਖਣੇ ਤਾਂ ਕਿ ਮੁੜ ਕੇ ਅਭਿਆਸ ਕਰਕੇ ਅੱਗੋਂ ਪ੍ਰਚਾਰਕ ਬਣਨਾ, ਜਗ੍ਹਾ ਜਗ੍ਹਾ ਜਾ ਕੇ ਜੋੜਨਾ ਹੈ। ਪਰ ਗੱਲ ਕਰ ਰਹੇ ਹਾਂ, ਸਤਿਗੁਰੂ ਜੀ ਨੇ ਕਿਰਪਾ ਕੀਤੀ ਸੀ, ਮਹਾਰਾਜ ਜੀ ਨੇ ਅੰਦਰ ਲਗਨ ਸੀ ਕੋਈ। ਇੱਕ ਤਾਂ ਹੁੰਦਾ ਹੈ ਨਾ, ਜਿਵੇਂ ਆਪਾਂ ਪਹਿਲਾਂ ਵੀ ਜ਼ਿਕਰ ਕਰਦੇ ਹਾਂ, ਕੇਵਲ ਦੂਸਰਿਆਂ ਨੂੰ ਮੱਤ ਦੇਣ ਦਾ ਸ਼ੌਂਕ ਹੋਣਾ ਪਰ ਆਪਣੇ ਆਪ ਨੂੰ ਬਚਾਈ ਰੱਖਣਾ, ਉਹ ਪ੍ਰਵਾਨ ਹੀ ਨਹੀਂ। ਸਾਹਿਬ ਕਹਿੰਦੇ ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੇ। ਉਹ ਬੜੇ ਲੋਕ ਨੇ ਕਲਾ ਸਿੱਖਣੀ ਕਿਸੇ ਚੀਜ਼ ਵੀ ਕੋਈ ਸਿੱਖ ਲਵੇ। ਕੋਈ ਕੀਰਤਨ ਦੀ ਸਿੱਖ ਲੈਂਦਾ, ਕੋਈ ਗਾਉਣ ਵਜਾਉਣ ਦੀ, ਕੋਈ ਕਥਾ ਦੀ, ਕੋਈ ਢਾਟੀ ਵਾਰਾਂ ਦੀ, ਕੋਈ ਕਵੀਸ਼ਰੀ ਕਲਾ ਹੀ ਇਹਨੂੰ ਸਿੱਖਿਆ ਜਾ ਸਕਦਾ ਹੈ। ਪਰ ਉਹ ਕਲਾ ਬਾਹਰ ਮੁਖੀ ਹੈ। ਪਰ ਜੇਕਰ ਉਹਦੇ ਨਾਲ ਉਹਦੀ ਕਿਰਪਾ ਨਾਲ ਉਸ ਕਲਾ ਨੂੰ ਆਪਣਾ ਜੀਵਨ ਉੱਚਾ ਚੁੱਕਣ ਵੀ ਵਰਤਿਆ ਜਾਵੇ ਤੇ ਫਿਰ ਸੋਨੇ 'ਤੇ ਸੁਹਾਗਾ ਹੈ। ਰੱਬ ਦੇ ਘਰ ਵੀ ਪ੍ਰਵਾਨ ਤੇ ਦੁਨੀਆ ਵਿੱਚ ਵੀ ਪ੍ਰਵਾਨ। ਤਾਂ ਹੀ ਸਾਹਿਬ ਬਚਨ ਕਰਦੇ ਨੇ ਨਾ, ਕਹਿੰਦੇ ਪ੍ਰਥਮੇ ਮਨ ਪੁਰਬੁਦ ਆਪਣਾ, ਪਾਛੈ ਅਵਰ ਰਿਝਾਵੈ। ਪਹਿਲਾਂ ਆਪਣੇ ਆਪ ਨੂੰ ਪ੍ਰਬੋਧੋ, ਫਿਰ ਕਿਸੇ ਦੂਸਰੇ ਨੂੰ ਰਿਝਾਉਣ ਦੀ ਕੋਸ਼ਿਸ਼ ਕਰਨੀ। ਵੈਸੇ ਕਹਾਣੀ ਇਸ ਤਰ੍ਹਾਂ ਦੀ ਪਿਆਰੀ ਏ, ਜਿੰਨਾ ਚਿਰ ਸੋਝੀ ਨਾ ਆਪਣੇ ਆਪ ਦੀ ਹੋਵੇ ਉਹਨਾਂ ਚਿਰ ਬੰਦੇ ਦੀ ਸੋਚ ਮੈਂ ਦੂਸਰੇ ਦੀ ਪ੍ਰਸੰਨਤਾ ਕਿਵੇਂ ਲੈਣੀ, ਦੂਸਰੇ ਨੂੰ ਖੁਸ਼ ਕਿਵੇਂ ਕਰਨਾ ਹੈ, ਵੱਧ ਤੋਂ ਵੱਧ ਉਹਦੇ ਤੋਂ ਤਾਰੀਫ ਲਵਾਂ ਵੀ ਮੈਂ ਠੀਕ ਕਹਿ ਰਿਹਾ। ਪਰ ਜਦੋਂ ਕਿਸੇ 'ਤੇ ਕਿਰਪਾ ਹੋ ਜਾਵੇ, ਦੱਸਦੇ ਨੇ ਆਪਣੇ ਅੰਦਰੋਂ ਰਸ ਆਵੇ, ਫਿਰ ਉਹ ਬਿਲਕੁਲ ਇਹ ਨਹੀਂ ਚਾਹੁੰਦਾ ਵੀ ਦੂਸਰਿਆਂ ਨੂੰ ਰਿਝਾਉਣਾ। ਫਿਰ ਤਾਂ ਉਹਦਾ ਹੁਕਮ ਮੰਨ ਕੇ ਕੇਵਲ ਬੋਲਦਾ ਹੈ, ਉਹਦਾ ਅਸਰ ਕੀ ਪਾਉਣਾ ਸਰੋਤੇ 'ਤੇ, ਇਹ ਸਤਿਗੁਰੂ ਜੀ ਦੀ ਮਰਜ਼ੀ ਹੈ। ਫਿਰ ਉਹਨੂੰ ਸਰੋਤਿਆਂ ਤੋਂ ਆਪਣੀ ਸਿਫਤ ਸੁਣਨ ਦੀ ਲੋੜ ਨਹੀਂ। ਉਹਦੀ ਇੱਛਾ ਹੈ ਜਿਹੜਾ ਵੀ ਸੁਣੇ ਉਹ ਜੁੜ ਜਾਵੇ ਬਸ ਸਤਿਗੁਰੂ ਜੀ ਦੇ ਨਾਲ, ਉਹਦੇ ਅੰਦਰ ਨਾਮ ਚੱਲ ਪਵੇ, ਉਹਦੇ ਘਰੋਂ ਨਸ਼ੇ ਨਿਕਲ ਜਾਣ, ਉਹਦੇ ਘਰੋਂ ਜਿਹੜਾ ਕਲੇਸ਼ ਨਿਕਲ ਜਾਵੇ, ਉਹਦੇ ਘਰ ਅੰਮ੍ਰਿਤ ਆ ਜਾਵੇ, ਸਤਿਗੁਰੂ ਦੀ ਬਾਣੀ ਦਾ ਨਿਤਨੇਮ ਆ ਜਾਵੇ, ਚਾਹ ਬਦਲ ਆਏਗਾ ਬਿਲਕੁਲ ਹੀ। ਪਿਆਰਿਓ, ਖੈਰ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਜਦੋਂ ਜਥੇ ਵਿੱਚ ਗਏ ਨੇ, ਮਹਾਂਪੁਰਖਾਂ ਨੇ ਬਹੁਤ ਹੀ
ਵੱਡੀ ਸਿੱਖਿਆ ਵੀ ਦਿੱਤੀ, ਮਿਹਰਾਂ ਵੀ ਕੀਤੀਆਂ ਬਹੁਤ ਵੱਡੀਆਂ। ਇੱਕ ਵਾਰ ਕਹਿੰਦੇ 40 ਕੁ ਦਿਨ ਸਨ, ਵੱਧ ਵੀ ਸਮਾਂ ਹੋ ਸਕਦਾ ਹੈ, ਆਪ ਹੁਕਮ ਕੀਤਾ ਸਾਨੇ ਭਈ ਪੂਰੀ ਹੁਣ ਕਥਾ ਤੁਸੀਂ ਸੁਣਾਓ। ਨਾਲ ਸਿੰਘਾਂ ਨੂੰ ਵੀ ਬਿਠਾਇਆ। ਪੂਰੇ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਸ਼ਬਦਾਂ ਦੀ ਕਥਾ ਕੋਲ ਬਹਿ ਕੇ ਸਰਵਣ ਕਰਾਈ। ਕਹਿੰਦੇ ਹੁਣ ਪ੍ਰਵਾਨ ਜੋ, ਕਿਉਂਕਿ ਸੁਣਨਾ ਸੀ ਜੋ ਪੜ੍ਹਾਇਆ, ਕੋਈ ਹੋਰ ਤੇ ਨਹੀਂ ਅਰਥ ਹੋਣ ਲੱਗ ਗਏ। ਅੰਦਰੋਂ ਆਉਂਦੇ ਨੇ ਕਿ ਕੇਵਲ ਬਾਹਰੋਂ ਨੇ। ਚੰਗੀ ਤਰ੍ਹਾਂ ਪਰਖ ਕੇ ਸੇਵਾ ਇਹ ਦਿੱਤੀ ਸੀ ਟਕਸਾਲ ਦੀ, ਅੱਗੋਂ ਐਵੇਂ ਨਹੀਂ ਸੀ ਮਿਲੀ। ਪਿਆਰਿਓ, ਐਵੇਂ ਤਾਂ ਬੜੇ ਲੋਕ ਚਾਹੁੰਦੇ ਨੇ ਹਰ ਜਥੇ ਦੀ ਆਗੂ ਬਣ ਜਾਈਏ, ਪਰ ਜਿਹਦੇ ਤੇ ਉਹਦੀ ਕਿਰਪਾ ਹੋਵੇ, ਮਿਹਰ ਹੋਵੇ, ਪਿਆਰਿਓ ਉਹਨਾਂ ਨੂੰ ਪੂਰਨ ਮਹਾਂਪੁਰਖ ਅੱਗੋਂ ਸੇਵਾ ਦੇ ਕੇ ਨਿਵਾਜਦੇ ਨੇ। ਖੈਰ ਗੱਲ ਕਰੀਏ ਸੰਤ ਗਿਆਨੀ ਗੁਰਬਚਨ ਸਿੰਘ ਜੀ ਖੁਰਾ ਨੂੰ ਜੋ ਸਮਾਂ ਸਤਿਗੁਰੂ ਜੀ ਨੇ ਦਿੱਤਾ 1930 ਤੋਂ ਲੈ ਕੇ 1969 ਤੱਕ, ਪਿਆਰਿਓ ਇਹ 39 ਕੁ ਸਾਲ ਦਾ ਸਮਾਂ ਜਿਹੜਾ ਲਗਾਤਾਰ ਮਹਾਂਪੁਰਖਾਂ ਨੇ ਕਥਾ ਦੇ ਰਾਹੀਂ ਵੱਖ-ਵੱਖ ਜਗ੍ਹਾ 'ਤੇ ਵਿਚਰੇ ਨੇ। ਗੋਇੰਦਵਾਲ ਸਾਹਿਬ 'ਤੇ ਜਿਵੇਂ ਆਪਾਂ ਸੰਤ ਬਾਬਾ ਸੁੰਦਰ ਸਿੰਘ ਦੇ ਜੀਵਨ 'ਚ ਵੇਖਿਆ ਸੀ ਨਾ, ਉਸੇ ਤਰ੍ਹਾਂ ਇੱਥੇ ਇਹਨਾਂ ਨੇ ਵੀ ਗੋਇੰਦਵਾਲ ਸਾਹਿਬ ਗਏ। ਉੱਥੇ ਗੁਰੂ ਅਮਰਦਾਸ ਪਿਤਾ ਜੀ ਦਾ ਹੁਕਮ ਜਾਣ ਕੇ ਬੌਲੀ ਸਾਹਿਬ 'ਚ ਇਸ਼ਨਾਨ ਕਰਨਾ। ਉਸੇ ਕੇਸੀ ਇਸ਼ਨਾਨ ਕਰਕੇ ਇੱਕ ਪੌੜੀ 'ਤੇ ਖਲੋ ਕੇ ਇੱਕ ਜਪਜੀ ਸਾਹਿਬ ਦਾ ਪਾਠ, ਫਿਰ ਇਸ਼ਨਾਨ ਕਰਨਾ, ਫਿਰ ਦੂਸਰੀ ਪੌੜੀ 'ਤੇ ਆ ਕੇ ਫਿਰ ਇੱਕ ਜਪਜੀ ਸਾਹਿਬ ਦਾ ਪਾਠ, ਫਿਰ ਵਾਪਸ ਜਾ ਕੇ ਇਸ਼ਨਾਨ ਕਰਨਾ, ਫਿਰ ਇੱਕ ਜਪਜੀ ਸਾਹਿਬ ਦਾ ਪਾਠ ਕਰਨਾ। ਇਸ ਤਰ੍ਹਾਂ 84 ਵਾਰ ਇਸ਼ਨਾਨ, 84 ਜਪਜੀ ਸਾਹਿਬ ਦੇ ਪਾਠ। ਅੰਦਰ ਭਰੋਸਾ ਤੇ ਵਿਸ਼ਵਾਸ ਇਹ ਕੀਤਾ ਜਾਂਦਾ ਹੈ, ਜਿਹੜਾ ਇੰਨੀ ਭਾਵਨਾ ਨਾਲ 84 ਪਾਠ ਕਰੇਗਾ, ਸਤਿਗੁਰੂ ਉਹਦੇ 84 ਲੱਖ ਜੂਨ ਹੀ ਕੱਟ ਦੇਣਗੇ। ਭਾਵਨਾ ਹੁੰਦੀਆਂ ਨੇ ਜੁੜਨ ਦੀਆਂ, ਵੱਖ-ਵੱਖ ਕਦੇ ਤਰਕ ਨਹੀਂ ਕਰਨੀ ਚਾਹੀਦੀ। ਜਿਵੇਂ ਵੀ ਜੁੜਿਆ ਜਾਂਦਾ ਜੁੜ ਜਾਓ ਬਸ। ਇਸ਼ਨਾਨ ਕੀਤਿਆਂ ਇੱਕ ਵਾਰੀ ਕਿ ਲੱਖਾਂ ਵਾਰੀ ਕੀਤਿਆਂ ਜੀ ਅੰਦਰ ਜੁੜਦਾ ਹੈ ਤੇ ਉਹ ਭਲਾ ਹੈ। ਤੇ ਜੇਕਰ ਜੁੜਨਾ ਨਹੀਂ ਤੇ ਕੇਵਲ ਇਸ਼ਨਾਨ ਤੱਕ ਸੀਮਤ ਰਹਿਣਾ, ਫਿਰ ਤੇ ਕੋਈ ਲਾਭ ਨਹੀਂ ਨਾ। ਆਪ ਦੱਸਿਆ ਕਰਦੇ ਸਨ ਜਿੱਥੇ ਗੁਰੂ ਅਮਰਦਾਸ ਪਿਤਾ ਦੀ ਖੁਸ਼ੀ ਲਈ ਉੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉੱਪਰਲੀ ਛੱਤ 'ਤੇ ਲੰਬਾ ਸਮਾਂ ਤੇ ਕਈ ਮਹੀਨੇ ਬੈਠ ਕੇ ਉੱਥੇ ਮੂਲ ਮੰਤਰ ਦਾ ਤੇ ਨਾਲ ਚਾਚਰੀ ਛੰਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰ ਕਰਿੰਗ ਨਾਮੇ ਅਕਾਮੇ ਦਾ ਜਾਪ ਵੀ ਕੀਤਾ। ਲੱਖਾਂ ਮੂਲ ਮੰਤਰ ਦੇ ਜਾਪ ਦਾ ਅਭਿਆਸ ਕੀਤਾ। ਚਾਹ ਰੱਜਦਾ ਨਹੀਂ ਨਾ ਅੰਦਰ। ਸਾਚੇ ਨਾਮ ਕੀ ਲਾਗੈ ਭੂਖ ਹੈ, ਉਤ ਭੁੱਖੈ ਖਾਏ ਚਲੀਐ ਦੁੱਖ ਹੈ। ਚਾਹ ਇਹਨਾਂ ਅੰਦਰ ਪੂਰਾ ਨਹੀਂ ਹੁੰਦਾ। ਇੱਕ ਵਾਰੀ ਚਮਕੌਰ ਸਾਹਿਬ ਚਲੇ ਗਏ ਭਈ ਉੱਥੇ ਗੁਰੂ ਕਲਗੀਆਂ ਵਾਲੇ ਪਿਤਾ ਨੇ ਨਾਲ 40 ਸਿੰਘਾਂ ਨੂੰ ਲੈ ਕੇ 10 ਲੱਖ ਦੀ ਫੌਜ ਨਾਲ ਜੰਗ ਕੀਤੀ। ਸਿੰਘ ਸ਼ਹੀਦ ਹੋਏ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੈ। ਜਿੱਥੇ ਗੁਰਦੁਆਰਾ ਕਤਲਗੜ੍ਹ ਸਾਹਿਬ ਹੈ ਉੱਥੇ ਨਾਲ ਇੱਕ ਬੌਲੀ ਹੈ ਜਿੱਥੇ ਸਾਰੇ ਸ਼ਹੀਦਾਂ ਦਾ ਸੰਸਕਾਰ ਕੀਤਾ ਸੀ ਉਸ ਬੀਬਾ ਸ਼ਰਨ ਕੌਰ ਨੇ। ਉੱਥੇ ਬੌਲੀ ਸਾਹਿਬ ਲਈ ਪਾਵਨਾ ਬਣ ਗਈ। ਅਰਦਾਸ ਕੀਤੀ, ਗੁਰੂ ਕਲਗੀਆਂ ਵਾਲਿਆ ਤੇਰੇ ਦੀਦਾਰ ਦੀ ਭੁੱਖ ਹੈ ਅੰਦਰ, ਮਿਹਰ ਕਰ, ਦਰਸ਼ਨ ਦੀਦਾਰ ਬਖਸ਼ਿਸ਼ ਕਰ। ਬਹੁਤ ਚਾਅ ਸੀ। ਜਦੋਂ ਚਾਅ ਚੜ੍ਹਿਆ ਤੇ ਆਪੇ ਨੇਮ ਬਣਾ ਲਿਆ ਵੀ ਬੌਲੀ ਸਾਹਿਬ ਵਿੱਚ ਖਲੋ ਕੇ ਪਾਠ ਕਰਨਾ ਹੈ। ਰਾਤ ਦਾ ਸਮਾਂ ਚੁਣ ਲਿਆ ਵੀ ਦਿਨੇ ਸੰਗਤ ਦੀ ਆਵਾਜਾਈ। 8 ਘੰਟੇ ਰਾਤ ਨੂੰ ਉੱਥੇ ਜਲ ਵਿੱਚ ਖਲੋ ਕੇ ਜਪਜੀ ਸਾਹਿਬ ਦੇ ਪਾਠਾਂ ਦਾ ਫੁਰਨਾ ਕਰ ਲਿਆ। 40 ਦਿਨ ਲੰਘੇ। ਅੰਦਰ ਭਾਵਨਾ ਸੀ ਰਾਤੀ ਬੌਲੀ ਤੇ ਦਿਨੇ ਬਾਕੀ ਸਮਾਂ ਹੋਰ ਜਗ੍ਹਾ 'ਤੇ ਬੈਠ ਕੇ ਅਭਿਆਸ ਕਰਨਾ। ਕਰਦੇ ਨੇ ਅਭਿਆਸ ਤੇ ਅੰਦਰ ਇੱਕੋ ਲਾਲਸਾ ਰੱਖ ਲਈ ਵੀ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਤੇਰੇ ਦੀਦਾਰ ਚਾਹੀਦੇ ਨੇ। ਹਰ ਕੋਈ ਉਹਦੀ ਮੰਗ ਨਹੀਂ ਮੰਗ ਸਕਦਾ। ਜਦੋਂ ਬਾਬਾ ਜੀ ਹੋਰਾਂ ਨੇ 36 ਲੱਖ ਮੂਲ ਮੰਤਰ ਤੇ 1.25 ਲੱਖ ਜਪਜੀ ਦੇ ਪਾਠ ਦੀ ਅਰਦਾਸ ਕੀਤੀ ਸੀ ਨਾ ਤੇ ਸਿੰਘਾਂ ਤੋਂ ਕਰਵਾਉਂਦੇ ਸਨ ਵੀ ਕਰਨਾ। ਕਿਸੇ ਨੇ ਪੁੱਛ ਲਿਆ ਬਾਬਾ ਜੀਓ ਆਹ ਸਰੀਰ ਦਾ ਤੇ ਪਤਾ ਨਹੀਂ,
कदों श्वास मुक जान आपे ही समझाते हो हम आदमी का एकदमी मोहलत मोहत न जाना। ते जे अरदास कीती श्वास पहला निकल जान पाठ जे पूरे नहीं खोए तो फिर की अरदास अधूरी है कि जां फिर ये काम अधूरा करना चंगा है कि माड़ा है। हस के कहन लगे ये गल्लां मन चो कर रहे हो, तुहानू इस गल का तजर्बा नहीं। हर कोई इतने वड्डे नितनेम दी भजन करन दी अरदास ही नहीं पहला करेगा। ਜਿਹੜਾ ਅਰਦਾਸ ਕਰ ਰਿਹਾ ਦਾ ਮਤਲਬ ਸਤਿਗੁਰੂ ਕਰਵਾ ਹੀ ਉਹਦੇ ਤੋਂ ਰਹੇ ਨੇ ਜਿਹਦੇ ਕੋਲ ਉਹਨਾਂ ਨੇ ਇਹ ਨੇਮ ਪੂਰਾ ਕਰਵਾ ਲੈਣਾ ਹੈ। ਪਹਿਲੀ ਗੱਲ। ਦੂਜੀ ਗੱਲ, ਜੇਕਰ ਉਹ ਸਵਾਸ ਪਹਿਲਾਂ ਨਿਕਲ ਵੀ ਜਾਣ ਉਹਦੀ ਰਜਾ ਦੇ ਵਿੱਚ, ਜਦੋਂ ਇੱਛਾ ਹੀ ਉਹਨੂੰ ਮਿਲਣ ਦੀ, ਇਹ ਜਾਪ ਕਰਨ ਦੀ, ਅਗਲਾ ਜਨਮ ਦੇ ਕੇ ਉਹ ਸ਼ੁਰੂਆਤ ਹੀ ਉੱਥੋਂ ਕਰਵਾਵੇਗਾ। ਵੇਖਦੇ ਹਨ ਕਿ ਨਿੱਕੇ ਨਿੱਕੇ ਬੱਚੇ ਨੇ, ਉਹਨਾਂ ਨੂੰ ਹੀ ਕਿੰਨੀ ਕਿੰਨੀ ਬਾਣੀ ਉਹ ਪੜ੍ਹਦੇ, ਕਿੰਨਾ ਕਿੰਨਾ ਅੰਦਰ ਟਿਕਾਊ ਹੈ। ਹੁਣ ਵੀ ਉਹ ਸਿੰਘ ਮੌਜੂਦ ਨੇ, ਸਾਡੇ ਉਸਤਾਦ ਸਨ ਬਾਬਾ ਬੂੜ ਸਿੰਘ ਸਾਹਿਬ, ਉਹਨਾਂ ਦੇ ਪੋਤਰੇ ਦੀ ਜਗ੍ਹਾ ਸੀ ਕਿ ਭਤੀਜੇ ਦੀ ਜਗ੍ਹਾ 'ਤੇ ਸੀ, ਮੈਨੂੰ ਪੂਰਾ ਨਹੀਂ, ਛੋਟੇ ਛੋਟੇ ਸਨ, 7 ਸਾਲ ਦੇ ਅਤੇ ਸ਼ਾਇਦ ਦੂਸਰਾ 9 ਸਾਲ ਦਾ। ਇੱਕ ਉਹਨਾਂ 'ਚੋਂ ਹੁਣ ਕੀਰਤਨ ਕਰਦੇ ਹਰਿਮੰਦਰ ਸਾਹਿਬ, ਇੱਕ ਦਾ ਨਾਂ ਸੁਲੱਖਣ ਸਿੰਘ ਸੀ, ਦੂਸਰੇ ਦਾ ਨਹੀਂ। ਉਦੋਂ ਤੱਕ ਉਹ ਪਾਠੀ ਸਨ ਅਤੇ ਸ਼ੁੱਧ ਪਾਠੀ ਸਨ, ਪੂਰੇ ਦੇ ਪੂਰੇ। ਜਿਹੜੇ ਸੰਤ ਬਾਬਾ ਵਰਿਆਮ ਸਿੰਘ ਜੀ ਰਤਵਾੜਾ ਸਾਹਿਬ ਵਾਲੇ ਕਿਹਾ ਕਰਦੇ ਸਨ, ਜਿਹੜੇ ਬੱਚਿਆਂ ਨੂੰ 6 ਕੁ ਸਾਲ ਤੱਕ ਹੀ ਅੰਮ੍ਰਿਤ ਦੀ ਦਾਤ ਮਿਲ ਜਾਏ, ਉਹਨਾਂ ਨੇ ਪਹਿਲੇ ਜਨਮ ਅੰਦਰ ਗੁਰਸਿੱਖਾਂ ਦੇ ਘਰ ਕਮਾਈ ਕੀਤੀ ਹੁੰਦੀ ਏ, ਉਹਨਾਂ ਨੂੰ ਤਾਂ ਛੋਟੀ ਉਮਰ ਵਿੱਚ ਦਾਤ ਮਿਲਦੀ। ਮੈਂ ਗੱਲ ਕਰ ਰਿਹਾ ਸਾਂ, ਇਸ ਕਰਕੇ ਨਾਲ ਨਾਲ ਥੋੜ੍ਹੀ ਵਿਚਾਰ ਕਰੀਏ। ਜਦੋਂ ਇਹੋ ਜਿਹੀਆਂ ਗੱਲਾਂ ਰੱਬ ਦੇ ਪਿਆਰ ਵਾਲੇ ਸੁਣਦੇ ਨੇ, ਉਹ ਤਾਂ ਆਪ ਵੀ ਫੈਸਲਾ ਕਰਦੇ ਸੀ ਵੀ ਕੋਈ ਨਾ ਕੋਈ ਬਣਾਇਆ ਕਰੀਏ, ਨਿਤਨੇਮ ਵਧਾਈਏ, ਹੋਰ ਜੋ ਕਿੰਨੇ ਕੰਮਾਂ ਲਈ ਸਮਾਂ ਕੱਢੀਦਾ ਹੈ, ਅਤੇ ਮਹਾਰਾਜ ਨੂੰ ਪਿਆਰ ਉਹਦੇ ਦੀਦਾਰਾਂ ਲਈ ਕੱਢੀਏ। ਅਤੇ ਜਿਨ੍ਹਾਂ ਦੇ ਭਾਗਾਂ ਵਿੱਚ ਨਹੀਂ, ਮੈਂ ਪਹਿਲਾਂ ਬੇਨਤੀ ਕਰ ਚੁੱਕਾ ਹਾਂ, ਗੁਰੂ ਰਾਮਦਾਸ ਪਿਤਾ ਦਾ ਬਚਨ ਕਈਆਂ ਨੂੰ ਸਿਖਾਉਂਦੇ ਨਹੀਂ ਹਨ। ਇਹ ਬਚਨ ਪਿਆਰਿਓ ਉਹਨਾਂ ਲਈ ਵੀ ਜ਼ਰੂਰੀ, ਅਤੇ ਜਿਹੜੇ ਵੈਸੇ ਹੀ ਕੁਝ ਸ਼ੰਕੇ ਪਾਏ ਹੁੰਦੇ ਉਹਨਾਂ ਨੂੰ ਦੂਰ ਕਰਨ ਲਈ। ਬਾਬਾ ਜੀ ਹੋਰੀ ਚਮਕੌਰ ਸਾਹਿਬ ਬੌੜੀ ਵਿੱਚ ਇਸ਼ਨਾਨ ਕਰਦੇ 40 ਦਿਨਾਂ ਦਾ ਨੇਮ ਭਾਵਨਾ ਬਣਾਈ, ਪਰ 40 ਦਿਨਾਂ ਤੋਂ ਪਹਿਲਾਂ 39 ਦਿਨ ਲੰਘ ਗਏ ਸਨ, ਅਜੇ ਦੀਦਾਰ ਦੀ ਖੈਰ ਨਹੀਂ ਪਈ। 40ਵੇਂ ਦਿਨ ਕਹਿੰਦੇ ਸਤਿਗੁਰੂ ਨੇ ਤਰਸ ਕਰਕੇ ਨਿਵਾਜਿਆ ਸੀ। ਨਿਵਾਜ ਕੇ ਨਾ ਜਦੋਂ ਉਹਨਾਂ ਨੇ ਬਖਸ਼ਿਸ਼ ਕੀਤੇ, ਕਹਿੰਦੇ ਕੁਛ ਚੇਤਾ ਨਹੀਂ ਉਹ ਸਰੂਪ ਕੈਸਾ ਸੀ, ਉੱਚੇ ਲੰਬੇ ਕੀ। ਉਹਨਾਂ ਨੇ ਜੱਫੀ ਵਿੱਚ ਲਿਆ, ਜਿਹੜੀਆਂ ਉਂਗਲਾਂ ਉਹਨਾਂ ਦੀਆਂ ਛੋਹੀਆਂ ਨੇ, ਬਸ ਉਂਗਲਾਂ ਦੀ ਛੋਹ ਦਾ ਸਵਾਦ ਯਾਦ ਏ ਅਤੇ ਜ਼ਿੰਦਗੀ ਭਰ ਉਹ ਯਾਦ ਰੱਖੇਗਾ। ਕਿਉਂਕਿ ਉਹ ਸਰੀਰ ਨਹੀਂ ਨਾ, ਪਰ ਉਹ ਸਰੀਰ ਦੀ ਤਰ੍ਹਾਂ ਬਣ ਕੇ ਉਹ ਕਿਸੇ ਨੂੰ ਦੀਦਾਰ ਦਿੰਦੇ ਨੇ, ਜਿਹੋ ਜਿਹੀ ਕਿਸੇ ਦੀ ਭਾਵਨਾ ਹੈ, ਜਿਹੋ ਜਿਹੀ ਕੋਈ ਭਾਵਨਾ ਉੱਥੇ ਉਸੇ ਰੂਪ ਵਿੱਚ ਹੀ ਆ ਜਾਏਗਾ। ਇਹ ਤਾਂ ਵੇਖਣਾ ਹੈ ਵੀ ਜਿਹੜਾ ਦਰਸ਼ਨ ਚਾਹੁੰਦਾ ਏ ਉਹ ਕਿਹੜੇ ਦਰਸ਼ਨ ਚਾਹ ਰਿਹਾ ਹੈ। ਸਤਿਗੁਰੂ ਜੀ ਉਸੇ ਤਰ੍ਹਾਂ ਦੇ ਕੇ ਫਿਰ ਅੱਗੋਂ ਤੋਰਦੇ ਨੇ, ਕਹਾਣੀ ਮੁੱਕਦੀ ਤੇ ਨਹੀਂ ਨਾ। ਪਰ ਇਹੋ ਜਿਹੀਆਂ ਬਾਤਾਂ ਸਤਿਗੁਰੂ ਪਾਉਂਦੇ ਹੀ ਉਹਨਾਂ ਨੂੰ ਨੇ ਜਿਨ੍ਹਾਂ ਦਾ ਉਹਨਾਂ ਨੇ ਭਲਾ ਕਰਨਾ ਹੋਵੇ। ਤੋਂ ਗੱਲ ਕਰ ਰਹੇ ਸਾਂ, ਸਤਿਗੁਰੂ ਜੀ ਦੀ ਕਿਰਪਾ ਨਾਲ ਅਭਿਆਸ ਕਿੰਨਾ ਕਰੀ ਜਾ ਰਹੇ ਨੇ। ਜਿੱਧਰ ਵੀ ਸਮਾਂ ਬਣਦਾ ਹੈ, ਜਦੋਂ ਸਤਿਕਾਰਯੋਗ ਸੰਤ ਗਿਆਨੀ ਬਾਬਾ ਸੁੰਦਰ ਸਿੰਘ ਸਾਹਿਬ ਜੀ ਖੁਰਾ ਨੇ ਪਿੰਡਰਾਂ ਵਿਖੇ, ਬੋਪਾਰਾ ਵਿਖੇ ਅਭਿਆਸ ਬਹੁਤ ਕਰਾਏ ਸਨ। ਇੱਕ ਵਾਰ ਉਹਨਾਂ ਨੇ 40 ਦਿਨਾਂ ਵਿੱਚ ਇਹ ਸਿੰਘਾਂ ਨੂੰ ਲਾ ਕੇ ਅਤੇ 1.25 ਲੱਖ ਜਪਜੀ ਸਾਹਿਬ ਦਾ ਪਾਠ ਕਰਾਉਣਾ ਸੀ। ਬਈ ਕਿ ਅਸੀਂ ਇਸ਼ਨਾਨ ਕਰਕੇ ਰਹਿਣਾ, ਬਾਹਰ ਕਿਸੇ ਨਾਲ ਗੱਲ ਨਹੀਂ ਕਰਨੀ, ਤਾਂ ਕਿ ਪੂਰਾ ਧਿਆਨ ਸਤਿਗੁਰੂ ਕੀ ਬਾਣੀ 'ਤੇ ਹੋਵੇ ਅਤੇ ਚੜ੍ਹਦੀ ਕਲਾ ਹੋਵੇ। ਤਾਂ ਉਦੋਂ ਜਦੋਂ ਅਭਿਆਸ ਕਰਾਏ ਅਤੇ ਉਦੋਂ ਸਾਰਿਆਂ ਨੂੰ ਵੱਖਰੇ ਵੱਖਰੇ ਅਨੁਭਵ ਹੁੰਦੇ ਸਨ, ਜਿਹੋ ਦੀ ਭਾਵਨਾ ਜਾਂ ਕਮਾਈ ਹੋਵੇ। ਪਰ ਆਪਾਂ ਇਕੱਲੇ ਗੱਲ ਕਰ ਰਹੇ ਹਾਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਖੁਰਾਂ ਦੀ, ਜੋ ਉਹਨਾਂ ਨੂੰ ਸਤਿਗੁਰੂ ਜੀ ਨੇ ਕਿਰਪਾ ਕੀਤੀ। ਉਹਨਾਂ ਦੀ ਗੱਲ ਕਰੀਏ, ਜਦੋਂ ਅਭਿਆਸ ਕਰਦੇ ਸਨ ਪਿਆਰਿਓ, ਅਤੇ ਅਭਿਆਸ ਵਿੱਚ ਇੱਕ ਦਿਨ ਛੱਤ 'ਤੇ ਬੈਠੇ ਸਨ ਅਤੇ ਇੱਕਦਮ ਬਹੁਤ ਜ਼ੋਰ ਦੀ ਖੜਕਾ ਹੋਇਆ, ਬਹੁਤ ਖੜਾਕ ਹੋਇਆ।
ਇੱਕਦਮ ਡਰ ਕੇ ਫਿਰ ਉਸੇ ਤਰ੍ਹਾਂ ਆ ਗਏ। ਪਤਾ ਨਾ ਲੱਗਾ, ਬਾਣੀ ਤੇ ਪੜ੍ਹਦੇ ਰਹੇ। ਆ ਕੇ ਦਿਲ ਦੀ ਗੱਲ ਬਾਬਾ ਸੁੰਦਰ ਸਿੰਘ ਸਾਹਿਬ ਜੀ ਨੂੰ ਦੱਸੀ, ਭਈ ਖੜਾਕ ਹੋਇਆ, ਕਿਸੇ ਹੋਰ ਨੂੰ ਤੇ ਸੁਣਿਆ ਨਹੀਂ। ਮੈਂ ਕਈਆਂ ਨੂੰ ਪੁੱਛਿਆ, ਮੈਨੂੰ ਕਿਉਂ ਸੁਣਦਾ ਸੀ? ਉਹ ਇੰਨੀ ਜ਼ੋਰ ਦੀ ਸੀ, ਸਾਰਾ ਸਰੀਰ ਖਿਲ ਗਿਆ। ਕਹਿਣ ਲੱਗੇ, ਘਬਰਾਉਣ ਦੀ ਲੋੜ ਨਹੀਂ, ਦੇ ਅਧਿਆਸ ਦਾ ਪਰਦਾ ਟੁੱਟਾ। ਇਹ ਅੰਦਰ ਦੀ ਖੇਡ, ਉਹ ਪਰਦਾ ਉਹ ਕਿਵੇਂ ਟੁੱਟਾ? ਮੋਹ ਦੀ ਪਕੜ, ਉਹਨੇ ਖੜਕਾ ਕਰਕੇ ਤੋੜਨਾ ਜਾਂ ਖੜਕੇ ਤੋਂ ਬਗੈਰ, ਇਹ ਉਹਦੀ ਮੌਜ ਹੈ। ਪਿਆਰਿਓ, ਇੱਕ ਵਾਰ ਕੀ ਹੋਇਆ, ਉੱਥੇ ਪਿੱਪਲ ਹੇਠ ਬੈਠੇ ਸਨ ਅਤੇ ਬੈਠਿਆਂ ਅਭਿਆਸ ਕਿਉਂਕਿ ਕਰ ਰਹੇ ਨੇ ਲਗਾਤਾਰ, ਭਜਨ ਕਰਦਿਆਂ ਕਰਦਿਆਂ ਹੀ ਇਹਨਾਂ ਦੇ ਸਾਹਮਣੇ ਨਾ, ਕਿਉਂਕਿ ਉਦੋਂ ਵੀ ਪ੍ਰਭਾਵ ਸੀ ਵੀ ਵੇਦਾਂ ਨੂੰ ਵੀ ਪੜ੍ਹਨਾ ਪੜ੍ਹਾਉਣਾ ਪੜ੍ਹਾਇਆ ਜਾਂਦਾ ਸੀ ਨਾਲ, ਅਤੇ ਕਾਫੀ ਸਾਰੇ ਵੇਦ ਜਿਹੜੇ ਨੇ ਨਾ, ਵੇਦ ਬਾਣੀ ਇਹਨਾਂ ਦੀ ਸੁਰਤੀ ਦੇ ਸਾਹਮਣੇ ਆਈ ਜਾਵੇ। ਇਹ ਹੈਰਾਨ, ਇਹ ਕਿੱਥੋਂ ਆ ਗਏ? ਸੁਣਿਆ ਤੇ ਸੀ ਪਰ ਦੇਖਿਆ ਨਹੀਂ। ਅੱਖ ਬੰਦ ਦੇ ਅਭਿਆਸ 'ਚ ਬੈਠੇ ਨੇ, ਪਰ ਇਹ ਜਿਹੜੇ ਵੇਦਾਂ ਦੇ ਸ਼ਲੋਕ ਹੈ ਸਾਹਮਣੇ ਆਈ ਜਾ ਰਹੇ ਨੇ ਆਪਣੇ ਆਪ, ਜਿਵੇਂ ਸਕਰੀਨ ਅੱਜ ਕੱਲ੍ਹ ਚੱਲਦੀ। ਉਹਨਾਂ ਨੇ ਬਾਬਾ ਜੀ ਕੋਲ ਜਾ ਕੇ ਗੱਲ ਕੀਤੀ, ਜੀ ਅੱਜ ਵੇਦ ਲਿਖੇ ਕੋਈ ਸਾਹਮਣੇ ਆਈ ਜਾ ਰਹੇ ਨੇ ਸੁਰਤੀ ਦੇ, ਇਹ ਪਤਾ ਨਹੀਂ ਕੀ ਕਹਾਣੀ ਹੈ। ਉਹ ਕਹਿਣ ਲੱਗੇ, ਅੱਛਾ ਤੇਰਾ ਮਨ ਕਰਦਾ ਹੋਏਗਾ, ਜੇ ਫਿਰ ਆਏ ਤੂੰ ਲਿਖ ਕੇ ਲਿਆਈ। ਅਗਲੇ ਦਿਨ ਗਏ, ਫਿਰ ਸੱਚਮੁੱਚ ਉਸੇ ਤਰ੍ਹਾਂ ਅਭਿਆਸ ਵਿੱਚ ਫਿਰ ਉਹ ਦਰਸ਼ਨ ਹੋਏ। ਇਹਨਾਂ ਨੇ ਲਿਖਣ ਲੱਗੇ। ਜਦੋਂ ਇਹਨਾਂ ਨੇ 2-4 ਅੱਖਰ ਲਿਖੇ, ਜਿਵੇਂ ਜਿਵੇਂ ਆ ਰਹੇ ਸਨ, ਆਏ ਵਾਪਸ, ਬਾਬਾ ਜੀ ਨੇ ਝਿੜਕਿਆ। ਕਹਿਣ ਲੱਗੇ, ਜੀ ਪਹਿਲੀ ਗੱਲ, ਸਤਿਗੁਰੂ ਕੁਛ ਦਿਖਾਉਂਦੇ ਨੇ, ਉਹਨਾਂ ਨੂੰ ਜਰੀਦਾ ਹੈ, ਦੱਸੀਦਾ ਨਹੀਂ ਖੁੰਦਾ। ਦੂਜੀ ਗੱਲ, ਇਹਨਾਂ ਗੱਲਾਂ ਵਿੱਚ ਨਹੀਂ ਪੈਣਾ ਖੁੰਦਾ। ਜਦੋਂ ਅੰਦਰ ਤੁਰੀਦਾ ਹੈ ਅਤੇ ਨਿਰੰਕਾਰ ਦੀ ਮੌਜ, ਜਿਤਨਾ ਗਿਆਨ ਧਿਆਨ ਸੁਤੇ ਸਿੱਧ ਕੀ ਸੁਰਤੀ ਦੇ ਸਾਹਮਣੇ ਆ ਖਲੋਂਦਾ ਹੈ। ਉਹ ਬਗੈਰ ਪੜ੍ਹਨ ਤੋਂ ਵੀ ਆਏਗਾ। ਜਿਹੜੇ ਲੋਕ ਯੋਗਾ ਅਭਿਆਸ ਕਰਦੇ, ਉਹ ਜਾਣਦੇ ਨੇ ਕਿਵੇਂ ਇਹ ਵਿਦਿਆ ਨੂੰ ਕੋਈ ਚਾਹਵੇ ਅਤੇ ਕੁਛ ਦਿਨਾਂ ਦੇ ਅੰਦਰ ਜਿਹੜੀ ਮਰਜ਼ੀ ਉਹ ਲੈ ਲਵੇ। ਪਰ ਸਾਨੂੰ ਹੁਕਮ ਨਹੀਂ ਇਹੋ ਜਿਹੇ ਚੱਕਰਾਂ 'ਚ ਪੈਣਾ ਵੀ ਪੜ੍ਹਨਾ ਨਾ, ਅਤੇ ਐਵੇਂ ਇੱਧਰ ਆਸ ਕਰਕੇ ਬਹਿ ਜਾਣਾ ਭਈ ਅੰਦਰੋਂ ਸਾਨੂੰ ਵਿਦਿਆ ਦੇ। ਅੰਦਰੋਂ ਕੇਵਲ ਉਹਦਾ ਦਰਸ਼ਨ ਮੰਗੀਏ, ਅੰਦਰੋਂ ਉਹਦੇ ਚਰਨਾਂ ਦਾ ਵਿੱਚ ਜੁੜਨ ਦਾ ਪਿਆਰਿਓ ਆਨੰਦ ਤੇ ਟਿਕਾਊ ਮੰਗੀਏ। ਅਸੀਂ ਦੀਦਾਰ ਚਾਹੁੰਦੇ ਹਾਂ, ਇਹ ਚੀਜ਼ਾਂ ਨਹੀਂ। ਝਿੜਕਿਆ ਵੀ ਇੱਧਰ ਨਹੀਂ ਪੈ ਜਾਣਾ। ਜਦੋਂ ਸਤਿਗੁਰੂ ਜੀ ਦੀ ਕਿਰਪਾ ਨਾਲ ਇੱਕ ਵਾਰ ਨਾ 1957 ਦੀ ਗੱਲ ਹੈ, ਬਸੀਆਂ ਪਿੰਡ ਸਨ, ਅਤੇ ਇੱਕ ਵਾਰ ਸਰਦਾਰ ਉਜਾਗਰ ਸਿੰਘ ਜੀ ਨੂੰ ਮਹਾਂਪੁਰਖਾਂ ਨੇ ਆਪ ਦੱਸਿਆ। ਕਹਿਣ ਲੱਗੇ, ਭਾਈ ਅਸੀਂ ਨਾ ਇੱਕ ਵਾਰੀ ਬੋਪਾਰ ਆਏ, ਜਦੋਂ ਇਸ ਤਰ੍ਹਾਂ ਹੀ ਅਭਿਆਸ ਵਿੱਚ ਜੁੜੇ ਸਾਂ। ਪਹਿਲਾਂ ਦੀ ਗੱਲ ਦੱਸਦੇ ਸਨ 1057 'ਚ, ਭਈ ਉਦੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਬੈਠਿਆਂ ਫੁਰਨਾ ਸੀ। ਸਤਿਗੁਰੂ 10 ਪਾਤਸ਼ਾਹਾਂ ਦੇ ਦਰਸ਼ਨ ਚਾਹੀਦੇ ਨੇ, ਕਿਵੇਂ ਮਰਜ਼ੀ ਖੈਰ ਪਾਓ। ਅਤੇ ਕਹਿੰਦੇ ਉੱਥੇ ਸਤਿਗੁਰੂ ਨੇ ਤਰੁੱਠ ਕੇ 10 ਪਾਤਸ਼ਾਹਾਂ ਨੇ ਦਰਸ਼ਨ ਦਿੱਤੇ ਸਨ, ਅਤੇ ਜਦੋਂ ਦਾ ਅੰਮ੍ਰਿਤ ਛਕਿਆ ਤੋਂ ਦਰਸ਼ਨ ਖੋਏ ਨੇ। ਉਸ ਤੋਂ ਬਾਅਦ ਵਾਹਿਗੁਰੂ ਗੁਰਮੰਤਰ ਕਦੇ ਵੀ 1 ਮਿੰਟ ਸਕਿੰਟ ਨਹੀਂ ਭੁੱਲਿਆ। ਅਤੇ ਨਸ਼ਾ ਕਹਿੰਦੇ ਇੰਨਾ, ਜਿਵੇਂ ਕਿਸੇ ਨੂੰ ਗਾੜਾ ਨਸ਼ਾ ਪੀਤਾ ਹੋਵੇ ਅਮਲੀ ਨੇ, ਉਹਨੂੰ ਨਸ਼ਾ ਚੜ੍ਹਿਆ ਰਹਿੰਦਾ ਏ। ਉਸ ਦਿਨ ਤੋਂ ਨਾਮ ਦਾ ਨਸ਼ਾ ਓਨਾ ਗੂੜਾ ਚੜ੍ਹਿਆ ਰਹਿੰਦਾ, ਉਹਦੇ ਵਿੱਚ ਹੀ ਗਵਾਚੇ ਰਹੀਦਾ। ਜੀ ਚਾਹੁੰਦਾ ਏ ਉਹਦੇ ਤੋਂ ਕਿਧਰੇ ਬਾਹਰ ਕਦੇ ਨਿਕਲੀਏ ਨਾ, ਹੋਰ ਕੋਈ ਸੁਣਦਾ ਹੀ ਨਹੀਂ। ਉਹਦੀਆਂ ਹੀ ਬਾਤਾਂ, ਉਹਦਾ ਹੀ ਆਨੰਦ, ਉਹਦੇ ਚਰਨਾਂ ਨਾਲ ਹੀ ਜੁੜੇ ਰਹਿਣਾ, ਉਹ ਛੱਡਣ ਨੂੰ ਜੀ ਨਹੀਂ ਚਾਹੁੰਦਾ। ਉਹਨਾਂ ਦੇ ਆਪਣੇ ਬਚਨ ਨੇ ਤੇ ਸੱਚ ਕਹਿ, ਉਹ ਦੀਦਾਰ, ਉਹ ਨਸ਼ਾ, ਉਹ ਉਹਨਾਂ ਨੇ ਦੱਸਿਆ ਕਿਉਂ ਦੱਸਦੇ ਨੇ ਇਹੋ ਜਿਹੀਆਂ ਗੱਲਾਂ, ਤਾਂ ਕਿ ਸਾਨੂੰ ਵੀ ਕੁਝ ਸੇਧ ਮਿਲੇ। ਹਉਮੈ ਵਿੱਚੋਂ ਨਹੀਂ ਹੁੰਦੀਆਂ, ਪਿਆਰ ਵਿੱਚੋਂ। ਜਿਹੜਾ ਬਚਨ ਕਿਸੇ ਭਲੇ ਲਈ ਆਪਾਂ ਦੱਸਦੇ ਹਾਂ ਅਨੁਭਵ, ਉਹ ਮਾੜਾ ਨਹੀਂ ਪ੍ਰਵਾਨ ਹੁੰਦਾ। ਮਹਾਂਪੁਰਖ ਕਹਿੰਦੇ, ਜਿਹੜਾ ਹਉਮੈ ਵਿੱਚੋਂ ਦਸੀਏ ਵੀ ਪਤਾ ਲੱਗੇ ਮੈਂ ਬੜਾ ਚੜ੍ਹਦੀ ਕਲਾ 'ਚ ਹਾਂ, ਉਹਦੇ ਨਾਲ ਨੁਕਸਾਨ ਹੁੰਦਾ ਹੈ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ, ਉਹਨਾਂ ਨੇ ਕੀ ਕਰਨਾ ਨਾ, ਕਥਾ ਤੋਂ ਵਿਹਲੇ ਹੋ ਕੇ ਇਕਾਂਤ ਵਿੱਚ ਤਾਂ ਰਹਿੰਦੇ ਸਨ, ਪਰ ਕਈ ਵਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਅੰਦਰ ਉਹਨਾਂ ਨੇ ਪਹਿਲਾਂ ਬੈਠ ਕੇ ਨਿਤਨੇਮ ਕਰਨਾ। ਲਗਭਗ ਰੋਜ਼ ਦਾ ਹੀ ਇਹ ਕਰਮ ਸੀ। ਅਤੇ ਫਿਰ ਖੜ੍ਹੇ ਹੋ ਕੇ ਚੌਰ ਸਾਹਿਬ ਕਰਨਾ ਅਤੇ 10 ਪਾਤਸ਼ਾਹਾਂ ਦੇ ਨਾਂ ਲੈਣੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ,
ਫਿਰ ਗੁਰੂ ਅੰਗਦ ਸਾਹਿਬ ਮਹਾਰਾਜ 10 ਪਾਤਸ਼ਾਹ ਨੇ ਬਾਰ-ਬਾਰ ਨਾਮ ਲੈ ਕੇ ਅੱਧਾ ਪੌਣਾ ਘੰਟਾ, ਫਿਰ ਉਸ ਤੋਂ ਬਾਅਦ ਕੋਈ ਨਾ ਕੋਈ ਗੁਰਬਾਣੀ ਦੀ ਤੁਕ ਲੈ ਕੇ ਗਾਈ ਜਾਣੀ। ਤੇ ਸਿੰਘ ਦੱਸਦੇ ਨੇ ਜਦੋਂ ਉਹ ਹੁੰਦਾ ਸੀ ਨਾ, ਚਿਹਰੇ 'ਤੇ ਲਾਲੀਆਂ ਬਹੁਤ ਚੜ੍ਹ ਜਾਂਦੀਆਂ ਸਨ, ਕਿਉਂਕਿ ਦੀਦਾਰ ਵੀ ਖੋ ਰਹੇ ਨੇ ਤੇ ਜ਼ੁਬਾਨ ਤੋਂ ਸ਼ਬਦ ਵੀ ਕਹਿ ਜਾ ਰਹੇ ਨੇ। ਜਿਹੜਾ ਉਹਦੀ ਖਜੂਰੀ ਵਿੱਚ ਪਹੁੰਚ ਗਿਆ, ਉਹਨੂੰ ਲਾਲੀਆਂ ਕਿਉਂ ਨਹੀਂ ਚੜ੍ਹਨਗੀਆਂ? ਉੱਥੇ ਫਿੱਕਾਪਨ ਕਿੱਥੋਂ ਆ ਜਾਏਗਾ? ਉੱਥੇ ਉਦਾਸੀਆਂ ਤੇ ਕਲੇਸ਼ ਕਿਵੇਂ ਆਏਗਾ? ਕਿਧਰੇ ਵੀ ਨਹੀਂ ਆਉਣਾ। ਇਹ ਉਹਨਾਂ ਨੇ ਇੱਕ ਵਾਰ ਸੰਤ ਪਰਮਜੀਤ ਸਿੰਘ ਜੀ ਮਾਲਪੁਰ ਵਾਲਿਆਂ ਨੇ, ਉਹਨਾਂ ਨੇ ਸੁਣਿਆ ਹੋਇਆ ਸੀ ਵੀ ਜਿਹੜੇ ਬੰਦਗੀ ਵਾਲੇ ਮਹਾਂਪੁਰਖ ਹੁੰਦੇ ਨੇ ਜਾਂ ਗੁਰਸਿੱਖ, ਜੋ ਉਹਨਾਂ ਦੇ ਕੋਲ ਜਾਈਏ ਨਾ ਤੇ ਸਿਮਰਨ ਆਪੇ ਚੱਲ ਪੈਂਦਾ ਹੈ। ਮੈਂ ਪਹਿਲਾਂ ਆਰੰਭ ਵਿੱਚ ਕਿਹਾ, ਗੁਰੂ ਰਾਮਦਾਸ ਪਿਤਾ ਜੀ ਦਾ ਬਚਨ ਹੈ, ਰਾਮ ਜਨ ਗੁਰਮਤ ਮੇਲ ਰਾਮ ਬੁਲਾਏ। ਉਹ ਮੇਲ ਜਿਨ੍ਹਾਂ ਨੂੰ ਮਿਲ ਕੇ ਅਸੀਂ ਵਾਹਿਗੁਰੂ ਬੋਲ ਸਕੀਏ। ਰਾਮ ਜਨਾ ਮਿਲ ਭਇਆ ਆਨੰਦਾ, ਕਹਿੰਦੇ ਉਹਨਾਂ ਨੂੰ ਮਿਲ ਕੇ ਆਨੰਦ ਬਣਦਾ ਹੈ। ਫੁਰਨਾ ਸੀ ਇਹ ਖੁਦ ਕਰਦੇ ਸਨ, ਪਰ ਸਿਮਰਨ ਚੱਲਣਾ ਹੋਰ ਗੱਲ ਏ, ਕਰਨਾ ਹੋਰ ਗੱਲ ਏ। ਮਨ ਛੱਡਦਾ ਨਹੀਂ, ਫੁਰਨੇ ਕਰਨੇ ਲਗਾਤਾਰ ਕਰਦਾ, ਚੱਲਦਾ ਨਹੀਂ ਲਗਾਤਾਰ। ਇਹਨਾਂ ਨੇ ਫੁਰਨਾ ਕਰ ਲਿਆ ਤੇ ਬਾਬਾ ਜੀ ਕੋਲ ਚਲੇ ਗਏ, ਜਿੱਥੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਬਿਰਾਜਮਾਨ ਸਨ। ਉੱਥੇ ਨੇੜੇ ਜਾ ਕੇ ਬਹਿ ਗਏ। ਅੰਦਰ ਹੀ ਇਹ ਖਿਆਲ ਸੀ, ਕਹਿੰਦੇ ਜਾਂਦਿਆਂ ਸਾਰ ਜਦੋਂ ਖਿਆਲ ਸੀ, ਸਤਿਗੁਰੂ ਜੀ ਨੇ ਪੂਰਾ ਕਰਨਾ ਸ਼ੁਰੂ ਕਰ ਦਿੱਤਾ। ਨਾਮ ਸੱਚਮੁੱਚ ਉੱਤੋਂ ਚੁੱਪੇ, ਪਰ ਅੰਦਰ ਚੱਲ ਰਿਹਾ ਹੈ, ਵਾਹਿਗੁਰੂ 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 ਵਾਹਿਗੁਰੂ। ਉਹ ਜਾਪ ਚੱਲਣਾ ਸ਼ੁਰੂ ਹੋ ਗਿਆ, ਉਹ ਚੱਲ ਰਿਹਾ। ਅੱਜ ਵੀ ਤੁਸੀਂ ਵੇਖੋਗੇ ਪਿਆਰਿਓ, ਜੇ ਆਪ ਕੁਛ ਕਰਦੇ ਹੋਈਏ ਤਾਂ ਸ਼ੱਕ ਨਹੀਂ, ਸ਼ਰਧਾ ਵਿੱਚ ਇਹ ਗੱਲਾਂ ਪੈਦਾ ਹੁੰਦੀਆਂ ਨੇ। ਕਰਕੇ ਜਾਓ। ਕਈ ਸੱਜਣ ਮਿਲਣਗੇ, ਭਾਵੇਂ ਉਹ ਤੁਹਾਨੂੰ ਲੱਗਣਗੇ ਕਿਰਤੀ ਨੇ, ਗ੍ਰਸਤੀ ਨੇ, ਜਾਂ ਆਪਣੇ ਬਾਗ ਪਰਿਵਾਰ ਵਿੱਚ ਸਧਾਰਨ ਨੇ, ਪਰ ਕਿਉਂਕਿ ਉਹਨਾਂ ਦਾ ਅੰਦਰ ਪਵਿੱਤਰ ਹੈ, ਉਹਨਾਂ ਦੇ ਕੋਲ ਜਾਂਦਿਆਂ ਸਾਰੀ ਬਗੈਰ ਕੁਝ ਕਹਿਣ ਤੋਂ ਹੀ ਤੁਹਾਡੇ ਅੰਦਰ ਨਾਮ ਚੱਲੇਗਾ ਹੀ ਚੱਲੇਗਾ। ਅੰਦਰ ਖੋਲਾ ਫੁੱਲ ਵੀ ਖੋਏਗਾ, ਆਲਾ ਦੁਆਲਾ ਪਵਿੱਤਰ ਜਾਂ ਖੁਸ਼ਬੂਆਂ ਨਾਲ ਭਰਿਆ ਹੋਇਆ ਜਾਪੇਗਾ। ਇਹ ਸਤਿਗੁਰੂ ਜੀ ਦੀ ਆਪਣੀ ਖੇਡ ਹੈ। ਇੱਕ ਰਹਿਣਾ ਸਤਿਕਾਰਯੋਗ ਸਾਡੇ ਉਸਤਾਦ ਯਾਨੀ ਸੁਰਜੀਤ ਸਿੰਘ ਜੀ ਸੋਧੀ ਸਾਹਿਬ, ਉਹਨਾਂ ਨੇ ਬੇਨਤੀ ਕੀਤੀ ਮਹਾਂਪੁਰਖਾਂ ਨੂੰ, ਭਈ ਜਦੋਂ ਅਭਿਆਸ ਕਰੀਦਾ ਤੇ ਅਭਿਆਸ ਕਰਦਿਆਂ ਚਲੋ ਮਾੜੇ ਫੁਰਨੇ ਹੁਣ ਮੁੱਕ ਗਏ, ਚੰਗੇ ਫੁਰਨੇ ਜਦੋਂ ਆਉਂਦੇ, ਇਹ ਫੁਰਨੇ ਆਉਣੇ ਚੰਗੀ ਗੱਲ ਏ ਕਿ ਮਾੜੀ ਗੱਲ ਏ? ਇਹਨੂੰ ਆਉਣ ਦੇਣਾ ਚਾਹੀਦਾ ਹੈ ਕਿ ਰੋਕਣ ਲਈ ਬੇਨਤੀ ਕਰਕੇ ਕੋਈ ਯਤਨ ਕਰਨਾ ਚਾਹੀਦਾ, ਜਿਵੇਂ ਮਾੜਿਆਂ ਨੂੰ ਰੋਕਣਾ? ਬਾਬਾ ਜੀ ਉਹਨਾਂ ਨੇ ਬਚਨ ਕੀਤੇ ਸੀ, ਰੋਕਣਾ ਚਾਹੀਦਾ ਹੈ, ਫੁਰਨਾ ਨਹੀਂ। ਸਤਿਗੁਰੂ ਜੀ ਦਾ ਸ਼ਬਦ ਆਪ ਆਵੇ, ਸ਼ਬਦ ਵਿੱਚ ਉਹ ਬੈਠਾ ਆਪ ਆਵੇ। ਜੇ ਚੰਗੇ ਫੁਰਨੇ ਹੀ ਆਏ, ਚੰਗੇ ਲੋਕਾਂ ਦੇ, ਚੰਗੀਆਂ ਰੂਹਾਂ ਦੇ ਫੁਰਨੇ ਹੀ ਆਏ ਨੇ ਨਾ, ਆਪ ਤੇ ਨਹੀਂ। ਕਹਿੰਦੇ ਮਨ ਦੀ ਸ਼ਰਾਰਤ ਹੁੰਦੀ ਏ, ਪਹਿਲਾਂ ਚੰਗੇ ਖਿਆਲ ਚੰਗੇ ਲੋਕਾਂ ਦੇ ਪਾਏਗਾ, ਹੌਲੀ ਹੌਲੀ ਮਾੜੇ ਵੀ ਪਾਏਗਾ। ਇਹਦੇ ਤੋਂ ਬਚਣਾ ਚਾਹੀਦਾ। ਅਭਿਆਸ ਵਧੇਗਾ ਤੇ ਤਿਉਂ ਹੀ ਇਹ ਚੀਜ਼ ਰੁਕੇਗੀ। ਇੱਕ ਸਿੰਘ ਨੇ ਸਵਾਲ ਕੀਤਾ ਸੰਤ ਗਿਆਨੀ ਗੁਰਬਚਨ ਸਿੰਘ ਜੀ ਖੁਦਾ ਨੂੰ, ਜੀਓ ਜਦੋਂ ਬਾਣੀ ਪੜ੍ਹਦੇ ਹਾਂ, ਨਾਮ ਜਪੀਦਾ ਏ, ਤਾਂ ਉਦੋਂ ਸਗੋਂ ਖਿਆਲ ਜ਼ਿਆਦੇ ਆਉਂਦੇ ਨੇ। ਕੀ ਕਰੀਏ? ਬਹੁਤ ਫੁਰਨੇ ਆਉਂਦੇ, ਮਾੜੇ ਤੋਂ ਮਾੜੇ ਆਉਂਦੇ ਨੇ। ਕਹਿਣ ਲੱਗੇ ਘਬਰਾਉਣਾ ਨਹੀਂ ਚਾਹੀਦਾ। ਤੁਹਾਨੂੰ ਪਤਾ ਜਦੋਂ ਭਾਂਡਾ ਖਾਲੀ ਹੋਵੇ, ਵਿੱਚ ਜਗ੍ਹਾ ਪਾਣੀ ਪਾਓ ਦੇ ਬੁਲਬੁਲੇ ਵੀ ਉੱਠਦੇ ਤੇ ਆਵਾਜ਼ ਵੀ ਆਉਂਦੀ ਹੈ। ਜਦੋਂ ਭਰ ਜਾਏ ਫਿਰ ਨਾ ਬੁਲਬੁਲੇ ਤੇ ਨਾ ਆਵਾਜ਼। ਇਹ ਅੰਦਰ ਖਾਲੀ ਏ ਅਜੇ। ਹੁਣ ਬਾਣੀ ਤੇ ਨਾਮ ਗਈ ਏ, ਉਹ ਜਿਹੜੇ ਬੁਲਬੁਲੇ ਫੁਰਨਿਆਂ ਦੇ ਬੁਲਬੁਲੇ ਉੱਠਦੇ ਨੇ, ਕੋਈ ਗੱਲ ਨਹੀਂ। ਅਭਿਆਸ ਵਧਾਓ, ਨਾ ਕਿ ਤੁਸੀਂ ਇਹਨੂੰ ਫੁਰਨਿਆਂ ਨੂੰ ਵੇਖ ਕੇ ਖੱਟ ਜਾਓ। ਆਪਣੀ ਕੀ ਮੈਲ ਏ, ਇਹ ਮੈਲ ਨੇ ਹੌਲੀ ਹੌਲੀ ਨਿਕਲਣਾ, ਇੱਕਦਮ ਨਹੀਂ। ਇਹ ਵੀ ਕਿਆ ਕਰਦੇ ਸਨ, ਗੁਰਬਾਣੀ ਤੇਜ਼ ਪੜ੍ਹੋ। ਕਈ ਵਾਰ ਕਿਹਾ ਜਾਂਦਾ ਨਾ ਵੀ ਉਹਦਾ ਕੀ ਫਾਇਦਾ ਲਾਭ, ਵੀ ਜਿਹੜੀ ਛੇਤੀ ਪੜ੍ਹ ਦੇਣੀ ਸਮਝਿਆ ਹੈ ਹੀ ਨਹੀਂ। ਵਿਚਾਰ ਚਾਹੀਦੀ ਹੈ, ਗੁਰਬਾਣੀ ਕੀ ਕਹਿੰਦੀ ਏ। ਬਿਲਕੁਲ ਠੀਕ ਹੈ, ਤੁਸੀਂ ਕਹਿ ਰਹੇ ਹੋ, ਪਰ ਇਹਨੂੰ ਇਸ ਤਰ੍ਹਾਂ ਨਹੀਂ ਲੈਣਾ ਚਾਹੀਦਾ। ਜਦੋਂ ਸੱਚਮੁੱਚ ਮਨ ਨੂੰ ਟਿਕਾਣ ਦੀ ਗੱਲ ਆਏਗੀ, ਤੁਸੀਂ ਭਾਵੇਂ ਲੱਖ ਸ਼ਬਦਾਂ ਦੇ ਅਰਥ ਚੰਗੀ ਤਰ੍ਹਾਂ ਪੜ੍ਹ ਲਓ, ਹੌਲੀ ਹੌਲੀ। ਸੋਚੈ ਸੋਚ ਨਾ ਹੋਵਈ,
ਜੇ ਸੋਚੀ ਲੱਖ ਵਾਰ। ਭਈ ਜਿੰਨੀ ਮਰਜ਼ੀ ਲੱਖਾਂ ਵਾਰੀ ਪਵਿੱਤਰ ਖੋਈਏ, ਅੰਦਰ ਦੀ ਮੈਲ ਨਹੀਂ ਧੁੱਪਦੀ, ਪਵਿੱਤਰ ਨਹੀਂ ਖੋਇਆ ਜਾਂਦਾ। ਅਰਥ ਪੜ੍ਹ ਲੈਣਾ, ਇਹਦੇ ਨਾਲ ਪਵਿੱਤਰ ਤੇ ਨਹੀਂ ਹੋ ਜਾਣਾ। ਜਦੋਂ ਸੱਚਮੁੱਚ ਪਵਿੱਤਰ ਕਰਨ ਲਈ ਤੁਰ ਪਵਾਂਗੇ, ਉਦੋਂ ਕੁਝ ਹੋਰ ਤਰ੍ਹਾਂ ਕਰਨਾ ਪਵੇਗਾ। ਉਦੋਂ ਅਰਥ ਇਸ ਤਰ੍ਹਾਂ ਨਹੀਂ, ਉਦੋਂ ਪਹਿਲਾਂ ਜਿਹੜਾ ਮਨ ਦਾ ਰੌਲਾ ਉਹਨੂੰ ਮੁਕਾਉਣ ਲਈ ਨਾਮ ਵੀ ਤੇਜ਼ੀ 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 ਵਾਹਿਗੁਰੂ 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 ਕੋਈ ਕਰਦਾ, ਗੁਰੂ ਗੁਰੂ ਕਰਦਾ। ਜਿਵੇਂ ਵੀ ਕਮੂਲ ਮੰਤਰ ਛੇਤੀ ਛੇਤੀ ਕਰੇ। ਗੁਰਬਾਣੀ ਦੇ ਪਾਠ ਇੱਕ ਮੁੱਕਿਆ, ਦੂਸਰਾ ਤੀਸਰਾ ਮਹਾਂਪੁਰਖ ਕਹਿੰਦੇ ਨੇ ਤਾਂ ਕਿ ਮਨ ਨੂੰ ਵੇਲ ਨਾ ਮਿਲੇ ਆਪਣੀ ਗੱਲ ਕਰਨ ਦਾ। ਸ਼ੁਰੂਆਤ ਵਿੱਚ ਤੇਜ਼ ਕਰਨੀ ਪੈਂਦੀ, ਜਿਉਂ ਜਿਉਂ ਫੁਰਨੇ ਕੱਟਣਗੇ ਆਪਣੇ ਆਪ ਹੀ ਸਹਿਜ ਆਏਗੀ। ਫਿਰ ਤੇਜ਼ ਕੀ ਪੜ੍ਹਨਾ, ਫਿਰ ਤੇ ਹੋ ਸਕਦਾ ਹੈ ਇੱਕ ਜਪਜੀ ਸਾਹਿਬ ਦਾ ਪਾਠ ਹੀ ਇੰਨੀ ਹੌਲੀ ਹੋਵੇ ਵੀ 12-14 ਘੰਟਿਆਂ 'ਚ ਇੱਕ ਪਾਠ ਹੀ ਮਸਾਂ ਸੰਪੂਰਨ ਹੋਏਗਾ। ਉਹ ਸਟੇਜਸ ਨੇ ਵੱਖਰੀਆਂ ਵੱਖਰੀਆਂ, ਵੀ ਪਹਿਲਾਂ ਤੇਜ਼ ਕਰਨਾ, ਫਿਰ ਹੌਲੀ ਖੋਣਾ, ਫਿਰ ਉਹਦੀ ਨਿਸ਼ਾਨਾ ਹੋਵੇ। ਆਪ ਪ੍ਰੈਕਟੀਕਲ ਕੋਈ ਕਰੇ, ਕੇਵਲ ਕਹਿਣ ਨਾਲ ਨਹੀਂ ਵੀ ਤੇਜ਼ ਪੜ੍ਹਨੀ ਚਾਹੀਦੀ ਕਿ ਹੌਲੀ ਪੜ੍ਹਨੀ ਚਾਹੀਦੀ ਹੈ। ਕੁਛ ਵੀ ਕਵਾਂਗੇ ਉਹ ਜਵਾਬ ਗਲਤ ਹੈ। ਤੇਜ਼ ਵੀ ਪੜ੍ਹਨ ਦੀ ਲੋੜ ਹੈ ਅਤੇ ਹੌਲੀ ਵੀ ਲੋੜ ਹੈ। ਜਿੰਦਾ ਤੁੰਦ ਪਾਠ ਬਗੈਰ ਸੋਚੇ ਤੋਂ ਕਰ ਰਹੇ ਹਾਂ, ਪਰ ਨਿਸ਼ਾਨਾ ਅੰਦਰ ਟਿਕਾਉਣ ਦਾ ਨਹੀਂ, ਕੀ ਲਾਭ ਹੋਏਗਾ? ਸਾਹਿਬ ਕਹਿੰਦੇ ਕਿਆ ਪੜ੍ਹੀਐ ਕਿਆ ਗੁਣੀਐ, ਕਿਆ ਵੇਦ ਪੁਰਾਨ ਸੁਣੀਐ, ਪੜ੍ਹੇ ਸੁਣੇ ਕਿਆ ਹੋਏ, ਜੋ ਸਹਿਜ ਨ ਮਿਲਿਓ ਸੋਈ। ਪੜ੍ਹਨ ਸੁਣਨ ਦਾ ਲਾਭ ਕੋਈ ਨਹੀਂ ਜੇ ਸਹਿਜ ਨਹੀਂ ਮਿਲਿਆ। ਤਾਂ ਇਹਨਾਂ ਗੱਲਾਂ ਦੇ ਮਗਰ ਨਾ ਰਾਜ ਹੁੰਦੇ ਨੇ, ਉਹਨਾਂ ਨੂੰ ਸਾਹਮਣੇ ਆਪਣੇ ਰੱਖਣਾ ਚਾਹੀਦਾ। ਇਸ ਤਰ੍ਹਾਂ ਨਹੀਂ ਭਈ ਕਾਹਲੇ ਪੈ ਕੇ ਅਸੀਂ ਕੁਝ ਐਵੇਂ ਕਿਸੇ ਇਸ ਗੱਲ ਬਾਰੇ ਆਪਣਾ ਫੈਸਲਾ ਦੇ ਦਈਏ। ਜੋ ਦੇਖੋ ਐਵੇਂ ਤੇਜ਼ ਪੜ੍ਹਨ ਨੂੰ ਕਹਿੰਦੇ ਸਨ, ਦੂਸਰਾ ਤਾਂ ਕਹਿੰਦਾ ਸਹਿਜੇ ਪੜ੍ਹੋ, ਦੋਨੋਂ ਹੀ ਠੀਕ ਕਹਿੰਦੇ ਨੇ। ਆਪਾਂ ਠੀਕ ਹੋਣਾ ਉਹ ਤਾਂ ਠੀਕ ਹੀ ਹੈ, ਦੂਸਰੇ ਨੂੰ ਠੀਕ ਗਲਤ ਕਰਨ ਦਾ ਸਵਾਲ ਹੀ ਨਹੀਂ। ਵੇਖਣਾ ਮੇਰੇ ਤੋਂ ਗਲਤੀ ਹੋ ਰਹੀ ਅਤੇ ਮੈਂ ਕਿਵੇਂ ਠੀਕ ਹੋਣਾ ਹੈ। ਮਹਾਂਪੁਰਖ ਤੇ ਕਹਿੰਦੇ ਸਨ ਸਿਮਰਨ ਇੰਨਾ ਪੱਕੇ। ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਸਾਹਿਬ ਜੀ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਦੀ ਵੀ ਸੇਵਾ 'ਤੇ ਰਹੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਵਿੱਚ ਵੀ ਰਹੇ, ਉਹ ਵੀ ਉਹਨਾਂ ਤੋਂ ਹੀ ਸੀ ਨਾ ਵਿਦਿਆਰਥੀ ਉਹਨਾਂ ਦੇ। ਉਹਨਾਂ ਨੂੰ ਇੱਕ ਵਾਰ ਬਚਨ ਕੀਤਾ ਸਨ, ਕਹਿਣ ਲੱਗੇ ਸਿੰਘ ਸਾਹਿਬ ਨੂੰ ਭਾਈ ਜਦੋਂ ਸਿਮਰਨ ਦਾ ਅਭਿਆਸ ਇੰਨਾ ਪੱਕਣਾ ਚਾਹੀਦਾ, ਕਥਾ ਕਰਦਿਆਂ ਵੀ ਸਿਮਰਨ ਅੰਦਰ ਚੱਲਦਾ ਰਹੇ, ਉਹ ਰੁਕੇ ਨਾ, ਪਿੱਛੇ ਉਹ ਲਗਾਤਾਰ ਉਹਦੀ ਯਾਦ, ਉਹ ਸਿਮਰਨ ਚੱਲਦਾ ਰਹੇ। ਇਸ ਕਰਕੇ ਗੁਰੂ ਕੇ ਪਿਆਰਿਓ, ਇਹਨਾਂ ਮਹਾਂਪੁਰਖਾਂ ਦੇ ਜੀਵਨ ਵਿੱਚੋਂ ਸਹਿਜੀ ਅਨੇਕਾਂ ਸਿੱਖਿਆ ਮਿਲਦੀਆਂ ਨੇ। 39 ਸਾਲ ਕਥਾ ਕੀਤੀ ਤੇ ਹੋਰ ਸਮੇਂ ਦੇ ਬਹੁਤ ਪਾਬੰਦ ਸੀ। ਜਿਵੇਂ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਬਾਰੇ ਮਸ਼ਹੂਰ ਹੈ ਨਾ, ਲੋਕ ਘੜੀਆਂ ਮਿਲਾਣੀਆਂ ਹੁੰਦੀਆਂ ਸੀ ਅਤੇ ਕਹਿੰਦੇ ਘੜੀ ਨੂੰ ਵੇਖ ਕੇ ਨਹੀਂ, ਰਾੜਾ ਸਾਹਿਬ ਵਾਲਿਆਂ ਦੇ ਦੀਵਾਨ ਸੁਣ ਲਓ, ਪੂਰੇ ਸਮੇਂ ਦੇ ਪਾਬੰਦ। ਅਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜਦੋਂ ਕਥਾ ਦੀ ਸੇਵਾ ਕਰਨੀ, ਇੱਕ ਵਾਰੀ ਲੇਟ ਹੋ ਗਏ ਕੁਛ ਦਿਨ, ਕੁਛ ਸਮਾਂ, ਕੁਝ ਮਿੰਟ, ਕਿੰਨੀ ਵਾਰੀ ਮੁਆਫੀ ਮੰਗੀ ਸੰਗਤ ਤੋਂ ਅਤੇ ਸਤਿਗੁਰਾਂ ਤੋਂ, ਭਈ ਸੰਗਤ ਨੂੰ ਉਡੀਕਣਾ ਪੈ ਗਿਆ। ਸਾਡਾ ਫਰਜ਼ ਸੀ ਪਹਿਲਾਂ ਆਉਣਾ, ਸਮੇਂ ਸਿਰ ਆ ਕੇ ਸਤਿਗੁਰੂ ਦੀ ਬਾਤ ਕਰਨੀ। ਇਹ ਸਾਡੇ ਵਾਸਤੇ ਸਿੱਖਿਆ ਹੁੰਦੀਆਂ ਨੇ, ਸਾਨੂੰ ਸੁਚੇਤ ਕਰਨ ਲਈ। ਪਰ ਤਾਂ ਹੀ ਇੰਨੀ ਜੁੜੀਆਂ ਹੋਈਆਂ ਆਤਮਾਵਾਂ ਨੇ, ਜਦੋਂ ਕੋਈ ਕਥਾ ਸੁਣਦਾ ਅਤੇ ਉਹ ਵੀ ਜੁੜਦਾ ਜਾਂਦਾ। ਇੱਕ ਵਾਰੀ ਕਲਕੱਤੇ ਗਏ ਸਨ ਅਤੇ ਉੱਥੇ ਕਲਕੱਤੇ ਕਥਾ ਕਰਦਿਆਂ ਮਾਤਾ ਸੀ ਬੜੇ ਪਿਆਰ ਵਾਲੀ। ਅਗਲੇ ਦਿਨ ਸਿੰਘ ਪੁੱਛਦੇ, ਮਾਤਾ ਜੀ ਕੱਲ੍ਹ ਦੀ ਕਥਾ ਸੁਣੀ? ਮਹਾਂਪੁਰਖਾਂ ਨੇ ਕਿਹੜੇ ਕਿਹੜੇ ਪਿਆਰੇ ਬਚਨ ਕਹੇ ਸੀ? ਕਹਿੰਦੇ ਮੈਂ ਨਹੀਂ ਸੁਣੀ। ਕਹਿੰਦੇ ਤੂੰ ਬੈਠੀ ਤੇ ਬੜੇ ਪਿਆਰ ਵਿੱਚ ਸੀ, ਸੁਣੀ ਕਿਉਂ ਨਹੀਂ? ਤੂੰ ਕਿਉਂ ਸਾਡੇ ਨਾਲ ਇਸ ਤਰ੍ਹਾਂ ਕਰਦੀ? ਪਿਆਰ ਸੀ। ਕਹਿਣ ਲੱਗੇ ਪੁੱਤ ਕੀ ਦੱਸਾਂ ਮੈਂ ਤੁਹਾਨੂੰ, ਜਦੋਂ ਮਹਾਂਪੁਰਖ ਬੋਲੇ ਉਹਨਾਂ ਦੇ ਚਿਹਰੇ ਵੱਲ ਮੈਂ ਤੱਕਿਆ, ਉਹ ਜਲਾਲ ਜਦੋਂ ਤੱਕਿਆ, ਇੰਨਾ ਨਸ਼ਾ ਜਿਹਾ ਮੈਨੂੰ ਮਸਤੀ ਚੜ੍ਹ ਗਈ। ਉਸ ਮਸਤੀ ਵਿੱਚ ਹੀ ਗਡੂੰਦ ਖੋਈ ਰਹੀ, ਬਾਕੀ ਮੈਨੂੰ ਪਤਾ ਹੀ ਨਹੀਂ ਕਥਾ ਕੀ ਹੋਈ ਅਤੇ ਕੀ ਨਹੀਂ ਹੋਈ। ਜਦੋਂ ਨਾ ਅੰਮ੍ਰਿਤਸਰ ਸਾਹਿਬ ਤੋਂ ਕਲਕੱਤੇ ਜਾਣਾ ਸੀ ਅਤੇ ਸਰਦਾਰ ਇੰਦਰ ਸਿੰਘ ਹੋਰਾਂ ਨੂੰ ਪਤਾ ਲੱਗਾ, ਉਹ ਰਸਤੇ ਸਟੇਸ਼ਨ 'ਤੇ ਲੰਗਰ ਲੈ ਕੇ ਆ ਗਏ। ਬਾਹਰੋਂ ਛਕਣਾ ਨਹੀਂ ਅਤੇ ਕਰਤਾ ਬਣਾ ਕੇ ਲੈ ਚਲੀਏ, ਛਕਾਈਏ।
ਉੱਥੇ ਪ੍ਰਸ਼ਾਦ ਛਕਾ ਕੇ 4 ਮਿੰਟ ਰਹਿ ਗਏ ਸਨ ਗੱਡੀ ਚੱਲਣ ਨੂੰ, ਅਤੇ ਕਹਿਣ ਲੱਗੇ ਮਹਾਂਪੁਰਖੋ ਸਾਨੂੰ ਕੋਈ ਮਹਾਰਾਜ ਜੀ ਦੇ ਘਰ ਦੀ ਕਥਾ ਸੁਣਾਓ। ਕਹਿਣ ਲੱਗੇ 4 ਮਿੰਟ ਰਹਿ ਗਏ ਗੱਡੀ ਚੱਲਣ ਨੂੰ, ਤੁਹਾਨੂੰ ਕੀ ਕਥਾ ਸੁਣਾਈਏ ਇੰਨੇ ਚਿਰ ਵਿੱਚ। ਨਹੀਂ, ਜ਼ਰੂਰ ਕਿਰਪਾ ਕਰੋ, ਕੁਛ ਵੀ ਬਚਨ ਸੁਣਾਓਗੇ, ਕਿਉਂਕਿ ਜਦੋਂ ਬਚਨ ਕਰਦੇ ਠੰਡ ਪੈਂਦੀ ਜਾਂਦੀ ਸੀ। ਉਹਨਾਂ ਨੇ ਆਖਿਆ ਠੀਕ ਹੈ 4 ਮਿੰਟਾਂ 'ਚ ਸੁਣਾਉਂਦੇ ਹਾਂ। ਉਹਨਾਂ ਨੇ 2 ਪੰਕਤੀਆਂ ਪੜ੍ਹ ਕੇ ਸੁਣਾ ਦਿੱਤੀਆਂ। ਨਾਨਕ ਕਹਿ ਤੋ ਇਹ ਵਿਚਾਰਾ ਜੇ ਕਮਾਵੈ ਸੋ ਪਾਰ ਗ੍ਰਾਮੀ, ਗੁਰ ਸੇਵੂ ਅਰ ਨਾਮ ਧਿਆਉ ਤਿਆਗੂ ਮਨੋ ਗੁਮਾਨੀ। ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਵਿਚਾਰ ਕਥਾ ਇਹ ਜੇ, ਜਿਹੜਾ ਉਹਨਾਂ ਬਚਨਾਂ ਨੂੰ ਕਮਾ ਲੇਗਾ ਬੇੜੇ ਪਾਰ ਹੋ ਜਾਣਗੇ ਜੀ। ਕੀ 3 ਗੱਲਾਂ ਨੇ। ਕਹਿੰਦੇ ਗੁਰੂ ਦੀ ਸੇਵਾ ਕਰੋ, ਦੂਸਰਾ ਨਾਮ ਜਪੋ ਰੱਜ ਕੇ, ਅਤੇ ਤੀਜਾ ਮਾਣ ਅਹੰਕਾਰ ਨਾ ਕਰੋ ਅਤੇ ਬੇੜੇ ਪਾਰ ਨੇ। ਗੁਰ ਸੇਵੋ ਅਰ ਨਾਮ ਧਿਆਵੋ ਤਿਆਗੋ ਮਨੋ ਗੁਮਾਨੀ, ਅਤੇ ਮਨ ਦਾ ਗੁਮਾਨ ਦੂਰ ਕਰੋ। ਸਾਰੇ ਹੈਰਾਨ, 4 ਮਿੰਟਾਂ ਤੋਂ ਪਹਿਲਾਂ ਹੀ ਕਥਾ ਵੀ ਹੋ ਗਈ। ਕਥਾ 3 ਚਿਰ 'ਚ ਹੀ ਪੂਰੀ ਹੋ ਜਾਂਦੀ, ਬਾਕੀ ਤੇ ਮੰਨਣ ਦੀ ਕਹਾਣੀ ਹੈ ਨਾ। ਪਰ ਜਿਹਨੇ ਨਹੀਂ ਮੰਨਣਾ ਉਹ ਭਾਵੇਂ ਸਾਲਾਂ ਬੱਧੀ ਕਥਾ ਸੁਣਾਉਂਦਾ ਅਤੇ ਸੁਣਦਾ ਰਹੇ, ਉਹਦਾ ਕੋਈ ਲਾਭ ਨਹੀਂ। ਪਰ ਜਿਹਦੇ ਪਰ ਉਹਦੀ ਕਿਰਪਾ ਹੋਣੀ ਹੈ, ਇੱਕੋ ਮਿੰਟਾਂ 'ਚ ਹੀ ਜਾਂ 2-4 ਮਿੰਟਾਂ ਵਿੱਚ ਹੀ ਹੋ ਜਾਣੀ। ਜਦੋਂ ਨਾ ਲੰਗਿਆਂ ਨੇ ਜਾਣਾ ਸੀ, ਪੰਜਾਬ ਦੇ ਪਿੰਡ ਨੇ, ਉੱਥੇ ਭਾਈ ਦੇਵਾ ਸਿੰਘ ਦਾ ਭਰਾ ਨਸਵਾਰ ਬੜੀ ਲੈਂਦਾ ਸੀ। ਪਤਾ ਲੱਗਾ ਮਹਾਂਪੁਰਖਾਂ ਨੇ ਆਉਣਾ, ਕਹਿੰਦਾ ਮੈਂ ਤਾਂ ਜਾਣਾਗਾ ਭਲਾ ਮੇਰਾ ਨਸ਼ਾ ਛੁਡਾ ਕੇ ਵੇਖਣ। ਨਸਵਾਰ ਚਾੜ ਲਈ, ਹੋਰ ਵੀ ਨਸ਼ਾ ਲਿਆ ਕੇ ਰੱਖ ਲਿਆ। ਸੋਚਿਆ ਸੀ ਵੀ ਮੇਰਾ ਕਿਵੇਂ ਹੀ ਛੁਡਾ ਲੈਣਗੇ, ਮੈਂ ਛੱਡਣਾ ਹੀ ਨਹੀਂ ਅਤੇ ਛੁਡਾ ਕਿਵੇਂ ਲੈਣਗੇ। ਬਾਬਾ ਜੀ ਹੋਰੀ ਗਏ ਦੀਵਾਨ ਵਿੱਚ, ਇਹ ਵੀ ਗਿਆ, ਕਥਾ ਸੁਣੀ। ਪਹਿਲੇ ਦਿਨ ਹੀ ਫੁੰਡਿਆ ਗਿਆ। ਇਹੋ ਜਿਹੇ ਬਚਨਾਂ ਦੇ ਤੀਰ ਵੱਜੇ, ਆਪਣੇ ਆਪ ਹੀ ਛੱਡ ਬੈਠਾ। ਬਚਨ ਕਰਨ ਦੀ ਉਚੇਚਾ ਲੋੜ ਹੀ ਨਹੀਂ ਪਈ। ਅੰਮ੍ਰਿਤ ਲਈ ਤਿਆਰ ਹੋਇਆ ਅਤੇ ਅੰਮ੍ਰਿਤ ਦੀ ਦਾਤ ਲਈ ਸੀ ਇਹਨੇ। ਜਦੋਂ ਕੋਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਲਾ ਵਰਤਦੀ, ਗੁਰੂ ਕੇ ਪਿਆਰਿਓ, ਇਹ ਉਹਦੀ ਮੌਜ ਪੂਰੇ ਜੁੜੇ ਹੋਏ ਸਹਿਜ ਸੁਭਾਏ ਕਿ ਉਹ ਜੋੜੀ ਜਾਂਦੇ ਹਨ। ਇੱਕ ਗੱਲ ਕਹਿ ਕੇ ਸਮਾਪਤੀ ਵੱਲ ਆਈਏ। ਬੇਅੰਤ ਬਚਨ ਨੇ ਉਹਨਾਂ ਦੇ 39 ਸਾਲ ਥੋੜ੍ਹੇ ਨਹੀਂ ਹੁੰਦੇ। ਉਹਨਾਂ 'ਚੋਂ ਐਵੇਂ ਥੋੜ੍ਹੇ ਜਿਹੇ ਖੀਰੇ ਮੋਤੀ ਜੋ ਗੁਰੂ ਕੇ ਪਿਆਰਿਆਂ ਕੋਲ ਸੁਣਦੇ ਹਾਂ। ਆਪਾਂ ਤਾਂ ਉਹਨਾਂ ਦੇ ਦਰਸ਼ਨ ਨਹੀਂ ਨਾ ਕੀਤੇ, ਜਿਨ੍ਹਾਂ ਨੇ ਕੀਤੇ ਨੇ ਉਹਨਾਂ ਨੇ, ਜਿਨ੍ਹਾਂ ਨੇ ਉਹਨਾਂ ਦੀ ਸੰਗਤ ਮਾਣੀ, ਉਹਨਾਂ ਗੁਰੂ ਕੇ ਪਿਆਰਿਆਂ ਕੋਲ ਸੁਣੀਦਾ, ਜਾਂ ਜੋ ਕਿਤੇ ਲਿਖੇ ਬਚਨ ਮਿਲਦੇ ਨੇ ਉਹਨਾਂ ਕੋਲ ਸੁਣ ਲਈਦਾ। ਸਤਿਗੁਰੂ ਜੀ ਦੀ ਕਿਰਪਾ ਨਾਲ ਇੱਕ ਵਾਰ ਸਿੰਘਾਂ ਨੇ ਇੱਕ ਸਵਾਲ ਕੀਤਾ। ਇੱਕ ਸਿੰਘ ਨੇ ਵੀ ਭਜਨ ਸਿਮਰਨ ਕਾਫੀ ਚਿਰ ਤੋਂ ਕਰ ਰਹੇ ਸਾਂ, ਬੜਾ ਆਨੰਦ ਬਣਿਆ ਹੋਇਆ ਸੀ, ਹੁਣ ਅਚਾਨਕ ਉਹ ਅੰਦਰ ਦੀ ਹਾਲਤ ਟੁੱਟ ਗਈ ਹੈ, ਉਹ ਰਹਿ ਨਹੀਂ ਗਈ, ਪਤਾ ਨਹੀਂ ਕੀ ਹੋਇਆ। ਕਿਰਪਾ ਕਰੋ। ਉਹ ਚੀਜ਼ ਜਦੋਂ ਖੁਸ਼ੀ ਹੈ ਅਤੇ ਦੁੱਖ ਬੜਾ, ਉਦਾਸ ਬੜੇ ਆ, ਕਿਉਂਕਿ ਉਹ ਚੀਜ਼ ਦਾਤ ਹੀ ਨਾ ਉਹਦੀ, ਉਹ ਟੁੱਟ ਕੇ ਦਿੰਦੇ ਨਹੀਂ, ਆਪ ਤੇ ਆਪਾਂ ਲੈ ਨਹੀਂ ਸਕਦੇ। ਸਾਹਿਬ ਦਾ ਬਚਨ ਨੇ, ਸਾਹਿਬ ਕਹਿੰਦੇ ਦਾਤ ਦਾਤ ਰੱਖੀ ਹੱਥ ਆਪਣੇ, ਜਿਸ ਪਾਵੈ ਤਿਸ ਦੇ। ਉਹਨੇ ਆਪਣੇ ਹੱਥ ਵਿੱਚ ਰੱਖੀ, ਜਿਸ ਦੇਵੈ ਪੁਰਖ ਵਿਦਾਤਾ, ਹਰ ਰਸ ਤਿਨ ਹੀ ਜਾਤਾ। ਜਦੋਂ ਪਿਆਰਿਓ ਕਈ ਵਾਰ ਆਪਾਂ ਭੁਲੇਖਿਆਂ ਵਿੱਚ ਵੀ ਪੈਂਦੇ ਹਾਂ, ਜਦੋਂ ਰਸ ਆਉਂਦਾ ਹੈ ਅਤੇ ਸਾਨੂੰ ਮਨ ਕਹਿੰਦਾ ਸੀ ਅਭਿਆਸ ਕਰਕੇ ਲੈ ਲਿਆ, ਜਦੋਂ ਟੁੱਟਦਾ ਉਦੋਂ ਵੀ ਤਾਂ ਅਭਿਆਸ ਕਰ ਰਹੇ ਹੋ, ਫਿਰ ਕਿਉਂ ਨਹੀਂ ਆਉਂਦਾ? ਨਹੀਂ, ਸਤਿਗੁਰੂ ਜੀ ਨੇ ਟੁੱਟ ਕੇ ਦਿੱਤਾ ਸੀ, ਸਾਡੀ ਕੀਤਿਆਂ ਨਹੀਂ, ਉਹਦੀ ਮਿਹਰ ਸੀ। ਮਹਾਂਪੁਰਖ ਕਹਿਣ ਲੱਗੇ ਸਿੰਘਾ ਸਾਡੀ ਸਮਝ ਗੋਚਰੇ ਤੇ 4 ਹੀ ਬਚਨ ਆਉਂਦੇ ਨੇ, 4 'ਚੋਂ ਇੱਕ ਜ਼ਰੂਰ ਭੁੱਲ ਹੋਈ ਹੋਏਗੀ। ਜੇ 4 'ਚ ਇੱਕ ਹੀ ਭੁੱਲ ਹੋਈ ਹੈ ਅਤੇ ਫਿਰ ਇਹ ਜਿਹੜਾ ਰਸ ਟੁੱਟਦਾ ਨਹੀਂ ਅਤੇ ਟੁੱਟਦਾ ਨਹੀਂ। ਜੀ ਕਿਰਪਾ ਕਰੋ ਦੱਸੋ ਕਿਹੜੇ? ਕਹਿਣ ਲੱਗੇ ਇੱਕ ਤਾਂ ਮਨ ਅੰਦਰੋਂ ਆਲਸ ਪਾਉਣਾ ਸ਼ੁਰੂ ਕਰ ਦਿੰਦਾ ਹੈ। ਜਿਵੇਂ ਪਹਿਲਾਂ ਸੁਚੇਤ ਸਾਵਧਾਨ ਹੋ ਕੇ ਜਾਗ ਕੇ ਬਾਣੀ ਪੜ੍ਹਨੀ ਅਤੇ ਨਾਮ ਜਪਣਾ, ਉੱਧਰੋਂ ਉਹ ਜਾਗਦਾ ਨਹੀਂ, ਇਹ ਬੇਧਿਆਨਾ ਹੋ ਕੇ ਤੁਰ ਪੈਂਦਾ ਹੈ ਅਤੇ ਬੇਧਿਆਨਾ ਦੁਨੀਆ ਖਿੱਚ ਕੇ ਲੈ ਜਾਂਦੀ। ਆਲਸ ਇੱਕ ਦਿਨ ਦਾ ਨਿਤਨੇਮ ਛੱਡਿਆ, ਅਗਲੇ ਦਿਨ ਦੂਸਰਾ, ਬਦਲਦੇ ਕਹਾਣੀ ਕਿੱਥੇ ਚਲੀ ਜਾਂਦੀ। ਕਹਿੰਦੇ ਨਹੀਂ ਮਹਾਰਾਜ ਨੇ ਇਹਦੇ ਤੋਂ ਬਚਾ ਕੇ ਰੱਖਿਆ ਜੀ। ਫਿਰ ਦੂਸਰਾ,
ਇਹ ਹੋਏਗਾ ਵੀ ਇਹ ਸ਼ਕਤੀ ਹੈ ਨਾ, ਇਹਦੇ ਨਾਲ ਜੇ ਸ਼ਕਤੀ ਨੂੰ ਸਾਂਭੀਏ ਨਾ ਤੇ ਸ਼ਕਤੀ ਵਿਸ਼ੇ ਵਿਕਾਰ ਵੀ ਖਿੱਚ ਕੇ ਲਿਜਾ ਸਕਦੇ ਨੇ। ਕਹਿਣ ਲੱਗੇ ਸਤਿਗੁਰੂ ਜੀ ਨੇ ਉਧਰੋਂ ਵੀ ਬਚਾ ਕੇ ਰੱਖਿਆ। ਫਿਰ ਤੀਸਰਾ ਕਹਿੰਦੇ ਨੇ ਭਈ ਅਹੰਕਾਰ ਦੀ ਬਿਰਤੀ ਬਣ ਜਾਂਦੀ, ਮਨ ਅਹੰਕਾਰ ਪਾਉਂਦਾ ਅੰਦਰ, ਕਹਿੰਦਾ ਮੇਰੀ ਤੇ ਬਹੁਤ ਚੜ੍ਹਦੀ ਕਲਾ, ਬਾਕੀ ਤਾਂ ਕੁਛ ਵੀ ਨਹੀਂ ਕਰਦੇ, ਜੋ ਮੈਂ ਕਰਦਾ ਨਾ ਉਹ ਤੇ ਬਹੁਤ ਹੈ। ਅੰਦਰ ਖਾਤੇ ਬਾਹਰੋਂ ਕਹਿੰਦਾ ਨਹੀਂ, ਆਪਣੇ ਆਪ ਨੂੰ ਵੱਡਾ ਸਮਝਣਾ, ਦੂਸਰਿਆਂ ਨਾਲੋਂ ਉੱਚਾ ਸਮਝਣਾ ਜੀਵਨ, ਤਾਂ ਵੀ ਇਹ ਚੀਜ਼ ਖੁੱਸਦੀ ਏ। ਫਿਰ ਚੌਥਾ ਉਹਨੇ ਕਿਹਾ ਵੀ ਇਹਦੇ ਤੋਂ ਹੀ ਬਚਿਆ ਵਾਂ। ਕਹਿੰਦੇ ਫਿਰ ਚੌਥਾ, ਜਿਸ ਨੇ ਜੋੜਿਆ ਹੁੰਦਾ ਹੈ ਨਾ ਇਸ ਰਾਹ 'ਤੇ ਸਤਿਗੁਰੂ ਜੀ ਨਾਲ, ਕਈ ਵਾਰ ਜੋੜਨ ਵਾਲੇ ਪ੍ਰਤੀ ਅੰਦਰ ਤਰਕ ਆ ਜਾਂਦੀ ਤੇ ਉਸ ਨੂੰ ਨਿੰਦਣਾ ਸ਼ੁਰੂ ਕਰ ਦਿੰਦਾ ਹੈ। ਕਹਿੰਦਾ ਇਹ ਭੁੱਲ ਮੇਰੇ ਤੋਂ ਹੋਈ ਹੈ, ਔਗਣ ਦਿਸ ਪੈ। ਉਹਦੇ ਔਗਣ ਨਾ ਵੇਖੋ, ਜਿਹਨੇ ਜੋੜਿਆ ਹੈ ਤੁਹਾਡੇ ਅੰਦਰ, ਉਹਦੇ ਲਈ ਅਦਬ ਤੇ ਸਤਿਕਾਰ ਕਿੰਨਾ ਕੁ ਚਾਹੀਦਾ ਹੈ। ਪੰਚਮ ਪਿਤਾ ਦਾ ਬਚਨ ਨੇ ਸਾਹਿਬ ਕਹਿੰਦੇ ਨੇ, ਕੋਈ ਜਨ ਹਰ ਸਿਉ ਦੇਵੈ ਜੋਰ, ਹਰ ਸਿਉ ਦੇਵੈ ਜੋਰ, ਚਰਨ ਗਹੋ ਬਕੋ ਸ਼ੁਭ ਰਸਨਾ, ਦੀਜੈ ਪ੍ਰਾਨੀ ਅਕੋਰ। ਕਹਿੰਦੇ ਜੋੜਨ ਵਾਲੇ ਦੇ ਚਰਨ ਪਕੜ ਲਓ, ਆਪਣੀ ਜ਼ਿੰਦਗੀ ਦੇ ਅੰਦਰ ਉਹਦੀ ਸਦਾ ਹੀ ਸਿਫਤ ਸਲਾਹ ਕਰੋ, ਪ੍ਰਾਣ ਵੀ ਭੇਟਾ ਕਰ ਦਿਓ ਜੋੜਨ ਵਾਲੇ ਨੂੰ। ਤੈ ਸਾਹਿਬ ਕੀ ਬਾਤ ਜੇ ਆਖੇ, ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਣ ਦੀਜੇ, ਵਿਣ ਸਿਰ ਸੇਵ ਕਰੀਜੈ। ਸਤਿਗੁਰੂ ਜੀ ਦਾ ਬਚਨ ਨੇ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਨੇ ਬਚਨ ਕਹੇ, ਸਾਡੇ ਲਈ ਕਿੱਡੀ ਵੱਡੀ ਸਿੱਖਿਆ ਆਪਣੇ ਆਪ ਤੇ ਪਹਿਰਾ ਦੇਣ ਲਈ। ਆਲਸ, ਅਹੰਕਾਰ ਦੀ ਬਿਰਤੀ, ਵਿਸ਼ੇ ਵਿਕਾਰਾਂ ਦਾ ਆਉਣਾ ਤੇ ਜਾਂ ਜੋੜਨ ਵਾਲੇ ਲਈ ਅੰਦਰ ਤਰਕ ਆ ਜਾਣੀ, ਪਰ ਇਹ ਚੀਜ਼ਾਂ ਰੱਬ ਤੋਂ ਸਾਨੂੰ ਦੂਰ ਕਰਦੀਆਂ ਨੇ। ਬਚਣਾ ਚਾਹੀਦਾ ਇਹਨਾਂ ਚੀਜ਼ਾਂ ਤੋਂ ਗੱਲ ਕੀ ਹੈ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਤੇ ਕਿੰਨੀ ਕੁ ਕਿਰਪਾ ਸੀ, ਕਿਵੇਂ ਕਿਵੇਂ ਬਖਸ਼ਾਂ ਸੀ, ਉਹਨਾਂ ਦਾ ਅੰਤ ਕੋਈ ਨਹੀਂ। ਲੰਘਿਆਣੇ ਵਿਖੇ ਹੀ ਨਾ ਸਰਦਾਰ ਉਜਾਗਰ ਸਿੰਘ ਦੀ ਬੈਠਕ ਵਿੱਚ ਰਿਹਾਇਸ਼ ਸੀ, ਤਾਂ ਉੱਥੇ ਜਦੋਂ ਇੱਕ ਦਿਨ ਆਏ ਨੇ ਤਾਂ ਉੱਥੇ ਬੈਠਿਆਂ ਹੀ ਮਹਾਰਾਜ ਦੀ ਕਿਰਪਾ ਨਾਲ ਜਦੋਂ ਬੈਠੇ ਤੇ ਲੰਮੇ ਪੈ ਵੇਖਦੇ, 4 ਚੁਫੇਰੇ ਕੰਧਾਂ ਤੇ ਗੁਰਬਾਣੀ ਲਿਖੀ ਹੋਈ ਹੈ। ਲੰਮੇ ਪੈਣਾ ਸੀ, ਕਿੱਧਰ ਪੈਰ ਕਰੀਏ, ਇੱਧਰ ਦੀ ਬਾਣੀ, ਸੱਜੇ ਖੱਬੇ ਪਿੱਛੇ। ਹੁਣ ਸਿੰਘਾਂ ਨੂੰ ਗੁੱਸੇ ਹੋਣ ਲੱਗੇ, ਕਹਿੰਦੇ ਕਿੰਨੇ ਲਿਖੀ ਗੁਰਬਾਣੀ ਕੰਧਾਂ ਤੇ, ਅਸੀਂ ਕਿੱਧਰ ਨੂੰ ਪੈਰ ਕਰਕੇ ਸਮੀਏ, ਗੁਰਬਾਣੀ ਵੱਲ ਤੇ ਪੈਰ ਹੁੰਦੇ ਨਹੀਂ। ਉਹ ਕਹਿਣ ਲੱਗੇ, ਮਹਾਂਪੁਰਖੋ ਅਸੀਂ ਲਿਖੀ ਨਹੀਂ, ਕਿੱਥੇ ਲਿਖੀ ਹੈ, ਤੁਹਾਨੂੰ ਦਿਸਦੀ ਨਹੀਂ ਕੰਧਾਂ ਤੇ। ਕਹਿਣ ਲੱਗੇ ਸਾਨੂੰ ਤੇ ਨਜ਼ਰ ਨਹੀਂ ਆ ਰਹੀ ਕਿਧਰੇ ਵੀ। ਫਿਰ ਸਮਝ ਗਏ ਇਹ ਸੁਰਤੀ ਨੂੰ ਹਰ ਪਾਸੇ ਗੁਰਬਾਣੀ ਕੀ ਗੁਰਬਾਣੀ ਦੇ ਦਰਸ਼ਨ ਹੋ ਰਹੇ ਸੀ। ਕਈ ਵਾਰ ਗੁਰੂ ਕੇ ਪਿਆਰ ਵਾਲੇ ਅੱਜ ਵੀ ਦੱਸਦੇ ਨੇ ਭਈ ਸੁਪਨੇ ਵਿੱਚ ਕਿੰਨਾ ਚਿਰ ਲਗਾਤਾਰ ਗੁਰਬਾਣੀ ਚੱਲਦੀ, ਉਹ ਗੁਰਬਾਣੀ ਜਿਹੜੀ ਜ਼ੁਬਾਨੀ ਯਾਦ ਨਹੀਂ ਹੈ। ਬੰਦਾ ਸਮਝ ਲੈਂਦਾ ਸ਼ਾਇਦ ਇਹ ਸੁਪਨਾ ਹੀ ਨਹੀਂ, ਉਹਦੀ ਕਿਰਪਾ ਹੈ। ਉਹਦੀ ਕਿਰਪਾ ਤੋਂ ਬਗੈਰ ਜਿਹੜੀ ਬਾਣੀ ਯਾਦ ਨਹੀਂ, ਉਹ ਕਿਵੇਂ ਤੁਹਾਡੇ ਕੰਨਾਂ ਵਿੱਚ ਪਵੇਗੀ। ਸੁੱਤੇ ਹੋ ਤੇ ਸੁਪਨੇ ਵਿੱਚ ਸੁਣੀ ਜਾ ਰਹੀ ਹੈ। ਕੋਈ ਕਿਸੇ ਨੂੰ ਤਰਸੇ, ਕਿਸੇ ਨੇ ਤੁਹਾਡੀ ਸੁਰਤੀ ਨੂੰ ਪਵਿੱਤਰ ਕੀਤਾ ਹੈ। ਕੋਈ ਜਿਉਂਦਾ ਜਾਗਦਾ ਸਾਹਮਣੇ ਉਹ ਹਾਜ਼ਰ ਨਾਜ਼ਰ ਏ, ਮੇਰਾਂ ਦਾ ਸਾਈਂ, ਉਹਨੂੰ ਪ੍ਰਵਾਨ ਕਰਕੇ ਉਹਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਕਹਿਣ ਤੋਂ ਮੁਰਾਦ ਇੱਕ ਨਹੀਂ, ਖੁਦ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਸਿੰਘਾਂ ਨੇ ਕਈ ਵਾਰ ਵੇਖਣਾ, ਜਦੋਂ ਪਾਠ ਦੀ ਸੇਵਾ ਜਿੱਥੇ ਚੱਲਦੀ, ਡਿਊਟੀ ਤੋਂ ਉੱਠ ਕੇ ਆਉਣਾ ਏ ਤੇ ਆ ਕੇ ਸੌਂ ਜਾਣਾ। ਜਿੱਥੋਂ ਪਾਠ ਛੱਡਿਆ ਸੁੱਤਿਆਂ ਵੀ ਉਹ ਗੁਰਬਾਣੀ ਦਾ ਪਾਠ ਚੱਲੀ ਜਾ ਰਿਹਾ, ਕਿਉਂਕਿ ਗੁਰਬਾਣੀ ਯਾਦ ਬਹੁਤ ਸੀ, ਉਹ ਚੱਲੀ ਜਾ ਰਿਹਾ। ਗੱਲ ਕੀ ਪਈ, ਇੰਨਾ ਪਿਆਰ ਖੂਬੇ ਸਤਿਗੁਰੂ ਜੀ ਦੇ ਚਰਨਾਂ ਦੇ ਨਾਲ, ਭਈ ਰੋਮ ਰੋਮ ਅੰਦਰ ਗੁਰਬਾਣੀ ਵਸੇ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਸੁਰਤੀ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਨਾਮ ਲਿਖ ਲਿਆ, ਫਿਰ ਖੁਦ ਜਪਿਆ, ਲੋਕਾਈ ਨੂੰ ਜਪਾਇਆ ਸੀ। ਇਹੋ ਜਿਹੇ ਮਹਾਂਪੁਰਖਾਂ ਨੂੰ ਸਦਾ ਹੀ ਯਾਦ ਕਰਦੀ ਰਹੇ ਕਿ ਕੌਮ ਤੇ ਦੁਨੀਆ, ਜਿਨ੍ਹਾਂ ਨੂੰ ਵੀ ਸਤਿਗੁਰੂ ਜੀ ਨਾਲ ਜੋੜਨ ਵਿੱਚ ਸਹਾਇਕ ਹੋਏ ਜਾਂ ਉਹਨਾਂ ਦੀਆਂ ਕਥਾ ਕਹਾਣੀਆਂ ਜੋੜਨ ਵਿੱਚ ਸਹਾਇਕ ਹੋਣਗੀਆਂ। ਭਾਈ ਸਤਿਗੁਰੂ ਜੀ ਮਿਹਰਾਂ ਕਰਨ, ਸਦਾ ਹੀ ਦਾਤੇ ਕੋਲ ਮੰਗੀਏ, ਹੇ ਦਾਤਾ ਆਪਣੇ ਜਨਾਂ ਦੀ ਸੰਗਤ ਦੇ। ਅਸੀਂ ਖੁਦ ਜਪੀਏ
ਤੇ ਜਪਣ ਵਾਲਿਆਂ ਦੀ ਚਰਨ ਧੂੜ ਸਾਨੂੰ ਮਿਲਦੀ ਰਵੇ, ਤਦੇ ਹੀ ਸਾਡਾ ਲੋਕ ਪਰਲੋਕ ਸੁਖੇਲਾ ਹੋਏਗਾ। ਮਹਾਂਪੁਰਖਾਂ ਨੇ ਇਸੇ ਤਰ੍ਹਾਂ 28 ਜੂਨ 1969 ਤੱਕ ਇਸ ਝੋਲੇ ਵਿੱਚ ਰਹਿ ਕੇ ਮਹਿਤੇ ਵਿਖੇ ਸਰੀਰ ਛੱਡਿਆ ਸੀ। ਮਹਿਤੇ ਤੋਂ ਫਿਰ ਸਰੀਰ ਨੂੰ ਲਗਾਇਆ ਗਿਆ ਸੀ। ਅੰਮ੍ਰਿਤਸਰ ਮੱਥਾ ਟਿਕਾ ਕੇ ਤਰਨ ਤਾਰਨ ਸਾਹਿਬ ਤੋਂ ਹਰੀ ਕੇ ਪੱਤਨ ਤੋਂ ਪਿੰਡਰੀ ਪਿੰਡ ਗਏ। ਫਿਰ ਉੱਥੋਂ ਜਲੂਸ ਦੀ ਸ਼ਕਲ ਦੇ ਅੰਦਰ ਸਾਰਾ ਪੰਥ ਸੀ ਨਾਲ, ਤੇ ਪਤਾਲਪੁਰੀ ਕੀਰਤਪੁਰ ਸਾਹਿਬ ਜਾ ਕੇ ਉੱਥੇ ਸੰਸਕਾਰ ਕੀਤਾ ਸੀ। ਸੰਸਕਾਰ ਕਰਨ ਲੱਗਿਆਂ ਸਰਕਾਰ ਦੇ ਬਹੁਤ ਸਾਰੇ ਵੱਡੇ ਅਹੁਦੇਦਾਰ ਵੀ ਪਹੁੰਚੇ ਸੀ। ਸ਼੍ਰੋਮਣੀ ਕਮੇਟੀ ਦੇ ਆਦਮੀ ਵੀ, ਮਹਾਂਪੁਰਖ ਵੀ। ਸਰਕਾਰ ਵੱਲੋਂ, ਪੁਲਿਸ ਵੱਲੋਂ ਪੈਰੋ ਫਾਇਰਿੰਗ ਕਰਕੇ ਸਲਾਮੀ ਦਿੱਤੀ ਗਈ ਸੀ ਮਹਾਂਪੁਰਖਾਂ ਦੇ ਸਰੀਰ ਨੂੰ। ਤੇ ਇੱਕ ਇਹੋ ਜਿਹੀ ਪਿਆਰੀ ਆਤਮਾ ਸੀ ਭਾਈ ਗੁਰਮੁਖ ਸਿੰਘ ਜੀ, ਜਿਨ੍ਹਾਂ ਦਾ ਅੰਤਾਂ ਦਾ ਪਿਆਰ ਸੀ। ਉਹਨਾਂ ਨੇ ਚਿਖਾ ਵਿੱਚ ਹੀ ਛਾਲ ਮਾਰ ਕੇ ਸਦਾ ਲਈ ਮਹਾਂਪੁਰਖਾਂ ਨਾਲ ਕੀ ਪਿਆਰ ਭਰੀ ਕਲਵਕੜੀ ਪਾ ਲਈ ਸੀ। ਸਤਿਗੁਰੂ ਜੀ ਕਿਰਪਾ ਕਰਨ, ਆਪਣੇ ਪਿਆਰਿਆਂ ਨੂੰ ਸਦਾ ਲਈ ਜਗਤ 'ਤੇ ਭੇਜਣ, ਅਤੇ ਸਾਨੂੰ ਸਦਾ ਹੀ ਦੁਨੀਆ 'ਚ ਕਿਸੇ ਵੀ ਕੋਨੇ ਵਿੱਚ ਰਹੀਏ ਉਹਦੇ ਨਾਲ ਜੁੜਿਆਂ ਦੇ ਦਰਸ਼ਨ ਹੁੰਦੇ ਰਹਿਣ, ਤਾਂ ਕਿ ਸਾਡੇ ਅੰਦਰ ਸਿਮਰਨ ਦੀ ਰੌ ਚੱਲਦੀ ਰਹੇ ਅਤੇ ਅਸੀਂ ਉਹਨਾਂ ਦੀ ਚਰਨਾਂ ਦੀ ਧੂੜ ਨੂੰ ਮਸਤਕ 'ਤੇ ਲਾਉਂਦੇ ਰਹੀਏ। ਇੰਨੇ ਬਚਨ ਪ੍ਰਵਾਨ ਕਰਨੇ ਜੀ। ਭੁੱਲ ਚੁੱਕ ਦੀ ਖਿਮਾ ਕਰਨੀ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।